कि साडी श्रोमणी गुरुद्वारा प्रबंधक कमेटी ने इस गल नूं रिकगनाइज ही नहीं किया जी। इस गल नूं बहुत वड्डे लैवल ते नैशनल ते इंटरनैशनल लैवल ते उठाना चाहिदा सी जी। उस बंदे ने तुसी धी भैन दी तां गल छड्डो, हाँ प्यो दा साया उठ गया, दादे दा साया भी उठ गया, प्यो दा साया भी उठ गया, कोई है ही नहीं भैन भरा भी जिहड़ा उहदी मदद कर सकदा। तिन्न वेरी उस दे उत्ते मतलब असैसीनेशन दी अटैम्प्ट हुई, ਉਹਨੂੰ ਮਾਰਨ ਦੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਅੱਡ-ਅੱਡ ਟਾਈਮ ਤੇ ਅੱਡ-ਅੱਡ ਲੋਕਾਂ ਨੇ। ਉਹ ਬੰਦੇ ਫੜੇ ਗਏ ਜੀ। ਉਹ ਇਤਨੀ ਤਾਕਤ ਉਸ ਬੰਦੇ ਦੀ ਕਿ ਉਹਨਾਂ ਦਾ ਚੁੰਬਰ ਕੱਢਿਆ ਜਾ ਸਕਦਾ ਸੀ, ਬਿਲਕੁਲ ਉਹਨਾਂ ਦਾ ਪਰਿਵਾਰਾਂ ਦੇ ਪਰਿਵਾਰ ਨਾਸ਼ ਕੀਤੇ ਜਾ ਸਕਦੇ ਸੀ। ਮੈਂ ਸਾਰੇ ਸਿੱਖ ਜਗਤ ਨੂੰ ਅਪੀਲ ਕਰਦਾ, ਇੰਗਲੈਂਡ 'ਚ, ਅਮਰੀਕਾ 'ਚ, ਆਸਟ੍ਰੇਲੀਆ 'ਚ, ਨਿਊਜ਼ੀਲੈਂਡ 'ਚ, ਕੈਨੇਡਾ 'ਚ ਜਿੱਥੇ ਵੀ ਸਿੱਖ ਵਸਦੇ ਆ, ਹਰ ਇੱਕ ਸਿੱਖ ਇਸ ਪਾਪ ਦੇ ਵਿੱਚ ਲੰਘਾ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ। ਸਵਾਗਤ ਹੈ ਸਾਰਿਆਂ ਦਾ ਬ੍ਰੇਨ ਔਨ ਟੀਵੀ ਤੇ। ਮਹਾਰਾਜਾ ਰਣਜੀਤ ਸਿੰਘ ਬਦਕਿਸਮਤੀ ਨਾਲ ਸਿੱਖ ਕੌਮ ਦੇ ਇੱਕ ਬੜੇ ਵੱਡੇ ਲੀਡਰ ਹੋਏ ਨੇ। ਸਿੱਖਾਂ ਨੇ ਉਹਨਾਂ ਦੇ ਗੁਣਾਂ ਨੂੰ ਨਾ ਪਛਾਣਦਿਆਂ ਹੋਇਆਂ ਉਹਨਾਂ ਦੇ ਜਿਹੜੇ ਔਗਣ ਸੀ, ਕੁਝ ਔਗਣ ਹੈ ਸੀ ਜਾਂ ਨਹੀਂ ਸੀ, ਉਹਨਾਂ ਨੂੰ ਜ਼ਿਆਦਾ ਉਭਾਰ ਕੇ ਉਹਨਾਂ ਦੀ ਇੰਨੀ ਜ਼ਿਆਦਾ ਨਿਖੇਧੀ ਕੀਤੀ ਕਿ ਉਹਨਾਂ ਨੂੰ ਸਤਿਕਾਰ ਦੇਣਾ ਹੀ ਭੁੱਲ ਗਏ। ਪਰ ਦੁਨੀਆ ਨੇ ਉਸ ਮਹਾਰਾਜਾ ਰਣਜੀਤ ਸਿੰਘ ਦੀ ਕਦਰ ਪਾਈ ਔਰ ਅੱਜ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਦੁਨੀਆ ਦੇ ਟੌਪ ਜਿਹੜੇ ਰਾਜੇ ਨੇ ਉਹਨਾਂ ਦੇ ਵਿੱਚ ਸਭ ਤੋਂ ਵਧੀਆ ਜਿਹੜਾ ਰਾਜ ਦੇਣ ਵਾਲੇ ਨੇ ਉਹ ਮਹਾਰਾਜਾ ਰਣਜੀਤ ਸਿੰਘ ਮੰਨੇ ਜਾਂਦੇ ਨੇ। ਇਹ BBC ਦੀ ਪੋਲ ਦੇ ਵਿੱਚ ਵੀ ਆਇਆ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਜਦੋਂ ਮਨਾਉਣਾ ਹੋਵੇ ਤਾਂ ਬੜੇ ਧੜੱਲੇ ਨਾਲ ਮਨਾਇਆ ਜਾਂਦਾ ਹੈ ਅਕਾਲੀ ਦਲ ਵੱਲੋਂ, ਹੋਰ ਲੋਕਾਂ ਵੱਲੋਂ। ਪਰ ਮਹਾਰਾਜਾ ਰਣਜੀਤ ਸਿੰਘ ਨੇ ਇੰਨੀ ਵੱਡੀ ਪ੍ਰਾਪਤੀ ਸਿੱਖਾਂ ਨੂੰ ਦਿੱਤੀ, ਉਹਦਾ ਕਿਤੇ ਕੋਈ ਜ਼ਿਕਰ ਨਹੀਂ, ਕੋਈ ਜਸ਼ਨ ਨਹੀਂ ਮਨਾਇਆ ਗਿਆ, ਕੋਈ ਬਹੁਤਾ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਨੂੰ ਲੈ ਕੇ ਕੋਈ ਸੈਲੀਬ੍ਰੇਸ਼ਨ ਸਿੱਖਾਂ ਨੇ ਨਹੀਂ ਕੀਤੀ। ਇਹ ਕਿਉਂ ਨਹੀਂ ਕੀਤੀ? ਇੰਨੀ ਨਫ਼ਰਤ ਕਿਉਂ ਆ ਮਹਾਰਾਜਾ ਰਣਜੀਤ ਸਿੰਘ ਦੇ ਨਾਲ? ਇਹਦੇ ਕਾਰਨ ਵੀ ਜਾਣਾਂਗੇ। ਔਰ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਕੁਆਲਿਟੀਜ਼ ਨੇ, ਕੀ ਗੁਣ ਨੇ ਉਹਨਾਂ ਦੇ ਵੀ, ਜਿਹੜਾ ਇੰਨੇ ਉੱਚੇ ਪਾਏਦਾਨ ਤੇ ਪਹੁੰਚ ਗਏ ਮਹਾਰਾਜਾ ਰਣਜੀਤ ਸਿੰਘ, ਇੰਨੇ ਜਿਹੜੇ ਮਹਾਨ ਰਾਜੇ ਮੰਨੇ ਜਾਂਦੇ ਸੀ ਉਹਨਾਂ ਨੂੰ ਪਛਾਣ ਕੇ। ਸੋ ਇਹ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਜਾਣੇ ਮਾਣੇ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ। ਢਿੱਲੋਂ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮਿਹਰਬਾਨੀ ਜੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਵੀ, ਤੁਹਾਡੇ ਸਰੋਤਿਆਂ ਨੂੰ ਵੀ। ਢਿੱਲੋਂ ਸਾਹਿਬ, ਵਿਸ਼ਾ ਤੁਸੀਂ ਸਮਝ ਹੀ ਗਏ ਹੋ ਕਿ ਆਪਣਾ ਵਿਸ਼ਾ ਮਹਾਰਾਜਾ ਰਣਜੀਤ ਸਿੰਘ ਹੈ। ਹਾਂਜੀ। ਤਾਂ ਮੈਂ ਤੁਹਾਡੇ ਕੋਲੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਜਾਂ ਉਹਨਾਂ ਦੀਆਂ ਕੁਆਲਿਟੀਜ਼ ਕੀ ਨੇ ਜਿਹੜੀਆਂ ਸਿੱਖਾਂ ਨੂੰ ਹਲੇ ਤੱਕ ਨਹੀਂ ਪਤਾ, ਤਾਂ ਸਿੱਖ ਸਮਝ ਕੇ ਉਹ ਕੁਆਲਿਟੀਜ਼ ਨੂੰ, ਉਹਨਾਂ ਦਾ ਸਤਿਕਾਰ ਜਿਹੜਾ ਬਣਦਾ ਸਾਡੀ ਕੌਮ ਉਹਨਾਂ ਨੂੰ ਦੇਵੇ। ਦੇਖੋ, ਤੁਸੀਂ ਇੱਕ ਐਸੀ ਮਹਾਨ ਸ਼ਖਸੀਅਤ ਦੀ ਗੱਲ ਕਰ ਰਹੇ ਹੋ ਜਿਹਦੇ ਤੇ ਗॉड ਗਿਫਟਡ, ਮੈਂ ਸਮਝਦਾ ਉਹ ਇਨਸਾਨ ਸੀ ਜੀ। ਉਹਦੇ ਇੰਨੇ ਗੁਣ ਸੀ ਜਿਨ੍ਹਾਂ ਨੂੰ ਤੁਸੀਂ ਗਿਣ ਨਹੀਂ ਸਕਦੇ, ਜਿਨ੍ਹਾਂ ਨੂੰ ਤੁਸੀਂ ਯਾਦ ਨਹੀਂ ਕਰ ਸਕਦੇ ਜੀ। ਇੱਕ ਹੁਣੇ ਕਿਸੇ ਨੇ ਉਸ ਦੀ ਪਰਸਨੈਲਿਟੀ ਦੇ ਉੱਤੇ ਕਮੈਂਟ ਕੀਤਾ ਕਿ ਹੀ ਇਜ਼ ਦੀ ਓਨਲੀ ਰੂਲਰ ਆਫ ਦ ਵਰਲਡ ਹੂ ਡਾਈਡ ਅਨਕੰਕਰਡ। ਸਾਰੀ ਜ਼ਿੰਦਗੀ ਉਸ ਨੂੰ ਕੋਈ ਜਿੱਤ ਨਹੀਂ ਸਕਿਆ ਜੀ। ਔਰ ਪਰਮਾਤਮਾ ਦੀ, ਗੁਰੂ ਦੀ ਉਹਦੇ ਤੇ ਇਸ ਕਿਸਮ ਦੀ ਬਖਸ਼ਿਸ਼ ਸੀ ਜੀ ਕਿ ਜਿੰਨੀਆਂ ਵੀ ਲੜਾਈਆਂ ਲੜੀਆਂ ਜੀ, 12 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਪਿਤਾ ਜਿਹੜੇ ਸੀ ਉਹ ਚਲਾਣਾ ਕਰ ਗਏ ਜੀ ਲੜਾਈ ਦੇ ਮੈਦਾਨ ਦੇ ਵਿੱਚੋਂ ਜੀ। ਤੋਂ ਉਹਨਾਂ ਦੇ ਸਿਰ ਤੇ ਬਹੁਤ ਵੱਡੀ ਜ਼ਿੰਮੇਵਾਰੀ ਪੈ ਗਈ ਜੀ, ਸ਼ੁਕਰ ਚੱਕੀਆਂ ਮਿਸਲ ਦੀ, ਔਰ ਉਸ ਦੇ ਨਾਲ ਹੋਰ ਵੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਸੀ ਜੀ। ਤੋਂ 12 ਸਾਲ ਦੀ ਉਮਰ ਦਾ ਇੱਕ ਬੱਚਾ, ਮੈਂ ਸਮਝਦਾ ਸਾਡੇ ਘਰਾਂ 'ਚ ਸਾਡੇ ਗ੍ਰੈਂਡ ਚਿਲਡਰਨ ਹੈਗੇ ਆ, ਉਹਨਾਂ ਨੂੰ ਤਾਂ ਕਿਸੇ ਕਿਸਮ ਦੀ ਸੂਝ-ਬੂਝ ਨਹੀਂ ਹੁੰਦੀ, ਜੀ ਜੀ ਜੀ, ਕੋਈ ਸੁਰਤੇ ਨਹੀਂ ਹੁੰਦੀ। ਪਰ ਇਸ ਕਿਸਮ ਦਾ ਇਹ ਇਨਸਾਨ ਜਿਹੜਾ ਮੈਂ ਸਮਝਦਾ ਗॉड ਗਿਫਟਡ ਸੀ, ਪਰਮਾਤਮਾ ਨੇ ਉਸ ਦੇ ਉੱਤੇ ਇਸ ਕਿਸਮ ਦੀਆਂ ਬਰਕਤਾਂ ਪਾਈਆਂ ਸੀ, ਇਸ ਕਿਸਮ ਦੀ ਉਸ ਦੇ ਉੱਤੇ ਦਇਆ ਦ੍ਰਿਸ਼ਟੀ ਸੀ ਕਿ ਉਸ ਦੇ 'ਚ ਗੁਣ ਹੀ ਗੁਣ ਸੀ। ਔਰ ਉਸ ਤੋਂ ਬਾਅਦ 17 ਸਾਲ ਦੀ ਉਮਰ ਦੇ ਵਿੱਚ ਜੀ ਉਸ ਨੇ ਆਪਣੀਆਂ ਕੰਕੁਐਸਟ ਸ਼ੁਰੂ ਕੀਤੀਆਂ ਜੀ। ਔਰ ਉਸ ਦਾ ਪੋਟੈਂਸ਼ੀਅਲ ਦੇਖ ਕੇ ਲਾਹੌਰ ਦੇ ਲੋਕਾਂ ਨੇ ਉਸ ਨੂੰ ਬੇਨਤੀ ਕੀਤੀ ਜੀ, ਮੈਮੋਰੰਡਮ ਦਿੱਤਾ ਜਾ ਕੇ ਵੀ ਤੁਸੀਂ ਲਾਹੌਰ ਨੂੰ ਕੰਕਰ ਕਰੋ ਜੀ, ਔਰ ਤੁਸੀਂ ਇਸ ਖਿੱਤੇ ਦੇ ਵਿੱਚ ਸਟੇਬਿਲਿਟੀ, ਪੋਲੀਟੀਕਲ ਸਟੇਬਿਲਿਟੀ, ਪੀਸ ਔਰ ਲੋਕਾਂ ਨੂੰ ਕਿਸੇ ਕਿਸਮ ਦੀ ਜਿਹੜੀਆਂ ਮੁਸ਼ੱਕਤਾਂ, ਕਿਸ ਕਿਸਮ ਦੇ ਇਨਵੇਡਰ ਜਿਹੜੇ ਆਉਂਦੇ ਆ ਉਹਨਾਂ ਤੋਂ ਰਾਹਤ ਮਿਲ ਸਕਦੀ ਹੈ ਜੀ। ਤਾਂ ਲਾਹੌਰ ਦੇ ਕਿਲੇ ਦੇ ਉੱਤੇ ਜਦੋਂ ਰਣਜੀਤ ਸਿੰਘ ਨੇ
17 ਸਾਲ ਦੀ ਉਮਰ ਦੇ ਵਿੱਚ ਜਾ ਕੇ ਕਿਹਾ ਤਾਂ ਸ਼ਾਹ ਸੁਜਾ ਅਹਿਮਦ ਸ਼ਾਹ ਅਬਦਾਲੀ ਦਾ ਗ੍ਰੈਂਡਸਨ ਸੀਗਾ ਜੀ। ਉਹ ਜਿਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਨੇ 16 ਹਮਲੇ ਕੀਤੇ, ਇਸੇ ਤਰੀਕੇ ਦੇ ਨਾਲ ਉਹਦੇ ਬੇਟੇ ਨੇ ਫਿਰ ਉਸ ਦੇ ਗ੍ਰੈਂਡਸਨ ਨੇ ਕੀਤੇ ਜੀ ਜੀ। ਮੁਸੰਮਮ ਬੁਰਜ ਸੀ ਲਾਹੌਰ ਲਾਹੌਰ ਜਿਹੜਾ ਫੋਰਟ ਸੀ ਉਸ ਦਾ, ਉਸ ਦੇ ਉੱਤੇ ਇਸ ਨੇ ਉਸ ਨੂੰ ਚੈਲੰਜ ਕੀਤਾ ਕਿ ਮੈਂ ਚੜ੍ਹ ਸਿੰਘ ਦਾ ਪੋਤਾ ਤੇ ਤੂੰ ਅਹਿਮਦ ਸ਼ਾਹ ਅਬਦਾਲੀ ਦਾ ਪੋਤਾ, ਆ ਜਾ ਆਪਾਂ ਮੇਜਰ ਕਰਦੇ ਹਾਂ ਸਪੋਰਟਸ ਜੀ। ਉਸ ਨੇ ਵੀ ਉਸ ਚੈਲੰਜ ਨੂੰ ਕਬੂਲ ਕੀਤਾ ਤੇ ਰਣਜੀਤ ਸਿੰਘ ਨੇ ਮਤਲਬ ਐਸੀ ਗੁਰੂ ਦੀ ਬਖਸ਼ਿਸ਼ ਸੀ, ਐਸੀ ਰਹਿਮਤ ਸੀ ਉਸ ਦੇ ਉੱਤੇ, ਉਸ ਨੂੰ ਪਹਿਲੀ ਸੱਟੇ ਹੀ ਖਦੇੜ ਦਿੱਤਾ ਜੀ। ਔਰ ਉਸ ਤੋਂ ਬਾਅਦ ਜਿਹੜਾ ਲਾਹੌਰ ਸੀ ਭੰਗੀ ਮਿਸਲਾਂ ਤੋਂ ਉਸਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਜੀ। ਜਿਹੜੇ ਭੰਗੀ ਮਿਸਲਦਾਰ ਸੀ ਜਿਨ੍ਹਾਂ ਦੇ ਕੋਲ ਲਾਹੌਰ ਦਾ ਕਬਜ਼ਾ ਸੀ, ਉਹ ਇਤਨੇ ਕੈਪੇਬਲ ਨਹੀਂ ਸੀ ਐਡਮਿਨਿਸਟ੍ਰੇਟਿਵਲੀ ਅਦਰਵਾਈਜ਼ ਆਲਸੋ ਕਿ ਉਸ ਕਿਸਮ, ਕਿਉਂਕਿ ਲਾਹੌਰ ਇਸ ਖਿੱਤੇ ਦੀ ਸੈਂਕੜੇ ਸਾਲਾਂ ਤੋਂ ਕੈਪੀਟਲ ਰਹੀ ਸੀ, ਉੱਥੇ ਲੋਕ ਵਪਾਰੀ ਵੀ ਸੀ, ਉੱਥੇ ਲੋਕ ਬਹੁਤ ਸਰਮਾਏਦਾਰ ਲੋਕ ਰਹਿੰਦੇ ਸੀ ਉਸ ਜਗ੍ਹਾ ਜਿਸ ਤਰ੍ਹਾਂ ਕੈਪੀਟਲਸ ਦੇ ਵਿੱਚ ਰਹਿੰਦੇ ਆ ਜੀ। तो उन्होंने सारी चीज ਨੂੰ पहचान के कहा भी एक आदमी है जी ਜਿਹੜਾ ਕਿ ਉਸ ਵੇਲੇ 17 ਸਾਲ ਦੀ ਉਮਰ ਕੁਝ ਵੀ ਨਹੀਂ ਹੁੰਦੀ, ਉਸ ਦਾ ਪੋਟੈਂਸ਼ੀਅਲ ਦੇਖ ਕੇ ਜਿਹੜੇ ਵਪਾਰੀ ਲੋਕ ਆ, ਤੁਹਾਨੂੰ ਪਤਾ ਜਿਹੜੇ ਧਨਾੜ ਲੋਕ ਆ, ਉਹਨਾਂ ਦੇ ਵਿੱਚ ਇੱਕ ਸਮਝ ਹੁੰਦੀ ਹੈ, ਸੂਝ ਹੁੰਦੀ ਹੈ ਕਿ ਬੰਦੇ ਨੂੰ ਪਛਾਣ ਲੈਂਦੇ ਜੀ। ਤੇ ਉਹਨਾਂ ਨੇ ਕਿਹਾ ਵੀ ਇਹ ਬੰਦਾ ਹੈ ਜਿਹੜਾ ਇਸ ਵੇਲੇ ਉਹਦੇ ਵਿੱਚ ਉਸ ਵੇਲੇ ਕੀ ਹੋ ਰਿਹਾ ਸੀ, ਮਤਲਬ ਲੜਾਈਆਂ ਹੋ ਰਹੀਆਂ ਸੀ ਇੱਕ ਦੂਜੇ ਦੇ ਨਾਲ, ਜੀ 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 ਜੀ। ਆਪਸ ਦੇ ਵਿੱਚ ਮਿਸਲਦਾਰ ਲੜ ਰਹੇ ਸੀ, ਮਿਸਲਦਾਰਾਂ ਦੇ ਨਾਲ ਅੱਗੇ ਅਫਗਾਨ ਲੜ ਰਹੇ ਸੀ, ਅਫਗਾਨਾਂ ਦੇ ਨਾਲ ਅੱਗੇ ਮੁਗਲ ਲੜ ਰਹੇ ਸੀ, ਮਰਾਠੇ ਲੜ ਰਹੇ ਸੀ, ਚਾਰੇ ਪਾਸੇ ਆਪਾ ਤਾਪੀ ਪਈ ਹੋਈ ਸੀ ਜੀ। ਟੋਟਲ ਕੈਓਸ ਸੀ, ਟੋਟਲ ਡਿਸਆਰਡਰ ਸੀ, ਟੋਟਲ ਇਨਡਿਸਪਲਿਨ ਸੀ, ਟੋਟਲ ਅਨਆਰਗੇਨਾਈਜ਼ਡ ਸਾਰਾ ਧੱਕਾ ਜੋਰੀ ਚੱਲ ਰਹੀ ਸੀ ਇਸ ਖਿੱਤੇ ਦੇ ਵਿੱਚ। ਤੋਂ ਉਸ ਖਿੱਤੇ ਦੇ ਵਿੱਚੋਂ ਨਿਕਲ ਕੇ ਇਸ ਇਨਸਾਨ ਨੇ ਇੰਨੀ ਛੋਟੀ ਉਮਰ ਦੇ ਵਿੱਚ ਆਪਣਾ ਮਤਲਬ ਉਹਦੇ ਤੇ ਇਸ ਕਿਸਮ ਦਾ ਕੰਟਰੋਲ ਕਰਿਆ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਅੱਜ ਕੀ ਹੋਇਆ, ਜੋ ਤੁਸੀਂ ਉਸ ਦਾ ਰੈਫਰੈਂਸ ਦਿੱਤਾ ਜੀ। BBC ਨੇ ਇੱਕ ਸਰਵੇ ਕਰਾਇਆ ਹੁਣੇ ਜੀ। ਉਸ ਸਰਵੇ ਦੇ ਵਿੱਚ ਉਹਨਾਂ ਨੇ ਕਿਹਾ ਵੀ ਦੁਨੀਆ ਦਾ ਗ੍ਰੇਟੈਸਟ ਵਰਲਡ ਲੀਡਰ ਜਿਹੜਾ ਹੈਗਾ, ਗ੍ਰੇਟੈਸਟ ਵਰਲਡ ਲੀਡਰ ਜੀ ਜੀ ਜੀ, ਹੁਣ ਤੱਕ 3000 ਸਾਲ ਦਾ ਮਨੁੱਖ ਦਾ ਇਤਿਹਾਸ ਆ ਜਿਹੜਾ ਰਿਕਾਰਡਡ ਹੈ ਜੀ। ਅੱਜ ਤੱਕ ਦੇ ਰੂਲਰਸ ਨੂੰ ਵਿੱਚ ਮਿਲਾ ਕੇ, ਜਿਸ ਤਰ੍ਹਾਂ ਚਰਚਲ ਨੂੰ ਵੀ ਵਿੱਚ ਮਿਲਾਇਆ ਗਿਆ, ਅਕਬਰ ਜਿਸ ਨੂੰ ਅਕਬਰ ਦੀ ਗ੍ਰੇਟ ਕਹਿੰਦੇ ਆ, ਉਸ ਨੂੰ ਵੀ ਵਿੱਚ ਉਸ ਦੀ ਵੀ ਜਾਂਚ ਪਹਿਚਾਨ ਕੀਤੀ ਗਈ, ਇਸੇ ਤਰੀਕੇ ਦੇ ਨਾਲ ਦੂਸਰੇ ਹੋਰ ਜਿਹੜੇ ਰੂਲਰ ਸ਼ਿਵਾਜੀ ਦੀ ਵੀ ਕੀਤੀ ਗਈ, ਇਸੇ ਤਰੀਕੇ ਦੇ ਨਾਲ ਬਾਹਰਲੇ ਜਿਹੜੇ ਕਿੱਡੇ ਮਹਾਨ ਲੀਡਰ ਹੋਏ ਆ, ਕਿੱਡੇ ਮਹਾਨ ਕੰਕਰਰ ਹੋਏ ਆ, ਕਿੱਡੇ ਮਹਾਨ ਵਾਰੀਅਰ ਹੋਏ ਆ, ਕਿੱਡੇ ਮਹਾਨ ਐਡਮਿਨਿਸਟ੍ਰੇਟਰ ਹੋਏ ਆ, ਸਾਰਿਆਂ ਦੀ ਉਹਨਾਂ ਨੇ ਅਸੈਸਮੈਂਟ ਕੀਤੀ। ਅਸ਼ੋਕ ਦੀ ਵੀ ਕੀਤੀ ਜੀ, ਜਿਸ ਨੂੰ ਵੀ ਅਸ਼ੋਕ ਦੀ ਗ੍ਰੇਟ ਕਿਹਾ ਜਾਂਦਾ, ਮਹਾਨ ਕਿਹਾ ਜਾਂਦਾ, ਅਸ਼ੋਕ ਦੀ ਗ੍ਰੇਟ ਕਿਹਾ ਜਾਂਦਾ। ਤੋਂ ਪਰ ਰਣਜੀਤ ਸਿੰਘ ਦੇ 5000 ਇਤਿਹਾਸਕਾਰਾਂ ਦੀ ਇਸ ਗੱਲ ਦੇ ਉੱਤੇ ਉਹਨਾਂ ਨੇ ਜ਼ਿੰਮੇਵਾਰੀ ਲਾਈ ਜੀ ਵੀ ਸਾਨੂੰ ਤੁਸੀਂ ਸਾਰਾ ਸਰਵੇ ਕਰਕੇ, ਸਾਰਾ ਐਨਾਲਿਸਿਸ ਕਰਕੇ, ਸਾਰੇ ਜਿਹੜੇ ਦੁਨੀਆ ਦੇ ਬੈਸਟ ਆਫ ਦੀ ਲੀਡਰਸ ਹੈ ਉਹਨਾਂ ਦੀ ਅਸੈਸਮੈਂਟ ਲਾ ਕੇ ਪਰਸਨੈਲਿਟੀ ਦੀ ਸਾਨੂੰ ਦੱਸੋ, ਨਤੀਜਾ ਕੱਢ ਕੇ ਕਿਹੜਾ ਟੌਪ ਵਰਲਡ ਲੀਡਰ ਸੀ ਦੁਨੀਆ ਦੇ ਵਿੱਚ ਜੀ। ਤਾਂ ਉਸ ਦੇ ਵਿੱਚ 5000 ਇਤਿਹਾਸਕਾਰਾਂ ਨੇ ਜਿਹੜੇ ਪ੍ਰੋਫੈਸ਼ਨਲੀ ਕੰਪੀਟੈਂਟ ਬੰਦੇ ਸੀ, ਜਿਨ੍ਹਾਂ ਦਾ ਇਹ ਪ੍ਰੋਫੈਸ਼ਨ ਹੈਗਾ ਜੀ, ਤਾਂ ਉਹਨਾਂ ਨੇ ਇਹ ਅਸੈਸਮੈਂਟ ਲਾ ਕੇ ਦੱਸੀ 38% ਵੋਟਾਂ ਰਣਜੀਤ ਸਿੰਘ ਦੇ ਹੱਕ ਵਿੱਚ ਪਈਆਂ, ਨੰਬਰ 1 ਦੇ ਉੱਤੇ ਵੀ ਇਹ ਗ੍ਰੇਟੈਸਟ ਵਰਲਡ ਲੀਡਰ ਜਿਹੜਾ ਪੈਦਾ ਹੋਇਆ ਇਸ ਦੁਨੀਆ ਦੇ ਵਿੱਚ ਜੀ। ਔਰ ਇਸ ਕਿਸਮ ਦੀ ਛਾਪ ਲਗਾ ਦਿੱਤੀ ਕਿ ਜਿਸ ਕਿਸਮ ਦੀ ਛਾਪ ਨੂੰ ਧੋਈ ਨਹੀਂ ਜਾ ਸਕਦੀ, ਪਰ ਬਦਕਿਸਮਤੀ ਦੇ ਨਾਲ ਤੁਸੀਂ ਹੁਣੇ ਗੱਲ ਕੀਤੀ ਆ ਵੀ ਸਿੱਖ ਉਸ ਦੀ ਪਹਿਚਾਣ ਨਹੀਂ ਕਰਦੇ ਜੀ। ਸਿੱਖ ਕੀ ਹੈ? ਅੱਜ ਇਸ ਮੁਲਕ ਦੇ ਵਿੱਚ ਜਿਹੜਾ ਇਸ ਮੁਲਕ ਦਾ ਪ੍ਰਾਈਮ ਮਿਨਿਸਟਰ, ਉਸ ਦੇ ਮੂੰਹੋਂ ਇੱਕ ਲਫ਼ਜ਼ ਵੀ ਨਹੀਂ ਨਿਕਲਿਆ ਜੀ। ਮੈਂ ਇੱਥੇ ਬੜੇ ਦੁੱਖ ਨਾਲ ਇਹ ਕਮੈਂਟ ਕਰਨਾ ਚਾਹੁੰਦਾ, ਜੇ ਰਣਜੀਤ ਸਿੰਘ ਦੀ ਜਗ੍ਹਾ ਸ਼ਿਵਾਜੀ ਹੁੰਦਾ ਜੀ ਤਾਂ ਮੋਦੀ ਨੇ, ਨਰਿੰਦਰ ਮੋਦੀ ਜਿਹੜਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਆ, ਉਸ ਨੇ ਸਾਰੀ ਦੁਨੀਆ ਦੇ ਵਿੱਚ ਇਸ ਗੱਲ ਨੂੰ ਉਛਾਲ ਦੇਣਾ ਸੀਗਾ। ਮੋਦੀ ਕੇ ਪੂਰਾ ਦੇਸ਼ ਦਾ ਮੀਡੀਆ, ਮੈਂ ਉਹੀ ਕਹਿਣਾ, ਮੋਦੀ ਨਹੀਂ, ਜਦੋਂ ਮੋਦੀ ਪ੍ਰਾਈਮ ਮਿਨਿਸਟਰ ਆ ਤਾਂ ਮੀਡੀਆ ਤਾਂ ਉਹਦੇ ਨਾਲ ਹੀ ਹੋ ਗਿਆ ਨਾ। ਔਰ ਉਹ ਇਸ ਮੁਲਕ 'ਚ ਨਹੀਂ ਬਸ ਕਿ ਇਸ ਮੁਲਕ ਤੋਂ ਬਾਹਰ ਵੀ ਜੀ ਇਹ ਕਹਿਣਾ ਸੀ ਵੀ ਸਾਡੇ ਕੋਲ ਦੁਨੀਆ ਦਾ ਵਰਲਡ ਲੀਡਰ ਸਾਡੇ ਇਤਿਹਾਸ ਦੇ ਵਿੱਚ ਹੋਇਆ ਜੀ। ਤਾਂ ਲੇਕਿਨ ਉਸ ਦੇ ਮੂੰਹ 'ਚੋਂ ਇੱਕ ਲਫ਼ਜ਼ ਵੀ ਨਹੀਂ ਨਿਕਲਿਆ ਜੀ। ਇਹ ਸਾਡੀ ਬਦਕਿਸਮਤੀ ਆ
ਕਿ ਅਸੀਂ ਆਪਣਾ ਲੀਡਰ ਨੂੰ ਜਿਸ ਦੀ ਐਡੀ ਬੜੀ ਪਹਿਚਾਨ ਆ, ਜਿਸ ਦੀ ਐਡੀ ਬੜੀ ਰੈਕਗਨੀਸ਼ਨ ਆ, ਜਿਸ ਨੂੰ ਐਡਾ ਬੜਾ ਰੁਤਬਾ ਦਿੱਤਾ ਗਿਆ, ਉਸ ਰੁਤਬੇ ਦੇ ਉੱਤੇ ਸਿੱਖਾਂ ਨੇ ਵੀ ਉਸ ਦੇ ਹੱਕ ਦੇ ਵਿੱਚ ਇਸ ਕਿਸਮ ਦੀ ਗੱਲ ਨਹੀਂ ਉਛਾਲੀ। ਮੈਂ ਤੁਹਾਨੂੰ ਮਾੜਾ ਟੋਕਦਾ, ਹਾਂਜੀ, ਇਹਦਾ ਕਾਰਨ ਕੀ ਬਣਿਆ? ਚਲੋ ਮੋਦੀ ਨੇ ਜਾਂ ਹੋਰ ਲੋਕਾਂ ਨੇ ਨਹੀਂ ਕੀਤਾ, ਲੇਕਿਨ ਸਿੱਖਾਂ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿੱਖਾਂ ਦੀ ਜਮਾਤ ਮੰਨੀ ਜਾਂਦੀ ਆ, SGPC ਆ, ਹੋਰ ਸਿੱਖ ਜਥੇਬੰਦੀਆਂ ਨੇ, ਇਹਨਾਂ ਨੇ ਇੰਨੇ ਮਹਾਨ ਵਿਅਕਤੀ ਦਾ ਨੋਟਿਸ ਕਿਉਂ ਨਹੀਂ ਲਿਆ? ਕੀ ਇਹ ਵੀ ਨਫ਼ਰਤ ਕਰਦੇ ਆ ਮਹਾਰਾਜਾ ਰਣਜੀਤ ਸਿੰਘ? ਮੈਨੂੰ ਇਸ ਬਾਰੇ ਮੈਂ ਕਹਿ ਨਹੀਂ ਸਕਦਾ, ਇਹ ਬਦਕਿਸਮਤੀ ਆ। ਮੈਂ ਸਮਝਦਾ ਰਣਜੀਤ ਸਿੰਘ ਨੂੰ ਛੋਟਾ ਨਹੀਂ ਕੋਈ ਕਰ ਸਕਦਾ ਜੀ, ਰਣਜੀਤ ਸਿੰਘ ਨੂੰ ਕੋਈ ਬਿਲਿਟਲ ਨਹੀਂ ਕਰ ਸਕਦਾ, ਕਿਉਂਕਿ ਉਹ ਤਾਂ ਇੱਕ ਤਰ੍ਹਾਂ ਦਾ ਪਰਮਾਤਮਾ ਕੰਨਿਓ, ਰੱਬ ਕੰਨਿਓ, ਮਤਲਬ ਉਸ ਦੇ ਉੱਤੇ ਇੰਨੀ ਰਹਿਮਤ ਸੀ, ਇੰਨੇ ਉਸ ਦੇ ਗੁਣ ਸੀ, ਇੰਨੇ ਉਸ ਦੀ ਮਤਲਬ ਅਚੀਵਮੈਂਟਸ ਹੈਗੀਆਂ ਜਿਨ੍ਹਾਂ ਨੂੰ ਤੁਸੀਂ ਉਂਗਲੀਆਂ ਤੇ ਗਿਣ ਨਹੀਂ ਸਕਦੇ ਜੀ। ਪਰ ਇਹ ਤਾਂ ਬਦਕਿਸਮਤੀ ਸਾਡੀ ਆ ਕਿ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਗੱਲ ਨੂੰ ਰਿਕਗਨਾਈਜ਼ ਹੀ ਨਹੀਂ ਕੀਤਾ ਜੀ। ਇਸ ਗੱਲ ਨੂੰ ਬਹੁਤ ਵੱਡੇ ਲੈਵਲ ਤੇ, ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਉਠਾਉਣਾ ਚਾਹੀਦਾ ਸੀ ਜੀ, ਔਰ ਦੱਸਣਾ ਚਾਹੀਦਾ ਸੀ ਕਿ ਰਣਜੀਤ ਸਿੰਘ ਨੇ ਜਿਹੜਾ ਰਾਜ ਕੀਤਾ 40 ਸਾਲ, ਉਸ ਦੇ ਵਿੱਚ ਕੋਈ ਬਲੱਡ ਸ਼ੈਡ ਹੋਇਆ ਹੀ ਨਹੀਂ ਜੀ। ਕਿਸੇ ਨਿਰਦੋਸ਼ ਆਦਮੀ ਦਾ ਕੋਈ ਕਤਲ ਨਹੀਂ ਹੋਇਆ, ਕਿਸੇ ਨਿਰਦੋਸ਼ ਆਦਮੀ ਤੇ ਕਿਸੇ ਕਿਸਮ ਦਾ ਤਸ਼ੱਦਦ ਨਹੀਂ ਹੋਇਆ ਜੀ, ਕਿਸੇ ਨਿਰਦੋਸ਼ ਆਦਮੀ ਤੇ ਕਿਸੇ ਕਿਸਮ ਦਾ ਜ਼ੁਲਮੋ ਸਿਤਮ ਨਹੀਂ ਹੋਇਆ ਜੀ। ਅੱਜ ਦੀਆਂ ਮਾਡਰਨ ਡੈਮੋਕ੍ਰੈਟਿਕ ਜਿਹੜੇ ਸੈਟਅਪ ਆ, ਉਸ ਦੇ ਵਿੱਚ ਦੇਖੋ ਕਿਵੇਂ ਮੌਬ ਲਿੰਚਿੰਗ ਹੁੰਦੀ ਆ ਘੱਟ ਗਿਣਤੀਆਂ ਦੀ, ਬਿਲਕੁਲ ਕਿਸ ਤਰੀਕੇ ਦੇ ਨਾਲ ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ, ਕਿਸ ਤਰੀਕੇ ਦੇ ਨਾਲ ਜਿਹੜੇ ਕਾਲੇ ਰੰਗ ਦੇ ਲੋਕ ਆ ਅਮਰੀਕਾ ਦੇ ਵਿੱਚ ਜਿਹੜੇ ਕਹਿੰਦੇ ਆ ਸਾਡੀ ਬੜੀ ਹੀ ਅੱਛੀ ਡੈਮੋਕ੍ਰੈਟਿਕ ਸੈਟਅਪ ਆ ਮਾਡਰਨ ਵਰਲਡ ਦੇ ਵਿੱਚ, ਉੱਥੇ ਉਹਨਾਂ ਨਾਲ ਕਿੰਨੇ ਧੱਕੇ ਹੁੰਦੇ ਆ। ਹੁਣ ਇੱਥੇ ਮੈਂ ਤੁਹਾਨੂੰ ਦੱਸਣੀ ਚਾਹੁੰਦਾ 13% ਆਬਾਦੀ ਆ ਕਾਲੇ ਲੋਕਾਂ ਦੀ ਅਮਰੀਕਾ 'ਚ, ਜੀ, ਜਿਹੜੇ ਪੁਲਿਸ ਨਾਲ ਐਨਕਾਊਂਟਰ ਹੁੰਦੇ ਆ ਉਹਨਾਂ ਦੀ ਗਿਣਤੀ 25% ਆ ਕਾਲਿਆਂ ਦੇ ਉੱਤੇ। ਜੀ, 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 ਹਿੰਦੁਸਤਾਨ ਦੇ ਵਿੱਚ ਸਿੱਖਾਂ ਦੀ ਆਬਾਦੀ ਤਾਂ 2% ਤੋਂ ਘੱਟ ਆ ਮੇਰੇ ਸਮਝ ਦੇ ਵਿੱਚ, ਜੀ, ਜੀ, ਜੀ। ਲੇਕਿਨ ਜਿਹੜੇ ਫੇਕ ਐਨਕਾਊਂਟਰ ਹੋਏ ਆ ਉਹਨਾਂ ਦੀ ਪਰਸੈਂਟੇਜ ਤੁਸੀਂ ਲਾ ਲਓ ਵੀ ਕਿੰਨੀ ਜ਼ਿਆਦਾ ਹੈਗੀ ਸਿੱਖਾਂ ਦੀ। ਬਿਲਕੁਲ। ਤੋਂ ਇਸ ਕਰਕੇ ਰਣਜੀਤ ਸਿੰਘ ਦੇ ਨਾਲ ਇੱਕ ਕਿਸਮ ਦਾ ਜਿਹੜੇ ਲੋਕ ਅਸੀਂ ਲੋਕ ਨੇ ਇਨਸਾਫ ਨਹੀਂ ਕੀਤਾ, ਜੀ, ਲੇਕਿਨ ਇਤਿਹਾਸ ਨੇ ਇਨਸਾਫ ਕੀਤਾ ਉਸ ਦੇ ਹੱਕ ਵਿੱਚ। ਇਤਿਹਾਸ ਨੇ ਅੱਜ ਸਾਰੀ ਦੁਨੀਆ ਨੂੰ ਦੱਸ ਦਿੱਤਾ ਕਿ ਜੇ ਦੁਨੀਆ ਦਾ ਇੱਕੋ ਇੱਕ ਵਾਹਿਦ ਲੀਡਰ ਹੋਇਆ, ਮੈਂ ਤੁਹਾਨੂੰ ਹੁਣੇ ਦੱਸੀ ਸੀ ਨਾ, ਹੀ ਡਾਈਡ ਅਨਕੰਕਰਡ। ਨੈਪੋਲੀਅਨ ਦੇਖੋ ਕਿ ਉਹਨੂੰ ਮੰਨਿਆ ਜਾਂਦਾ ਕਿੱਡਾ ਬੜਾ ਕੰਕਰਰ, ਸਾਰੀ ਦੁਨੀਆ ਦੇ ਵਿੱਚ ਮੰਨਿਆ ਜਾਂਦਾ, ਅਖੀਰ ਦੇ ਵਿੱਚ ਉਹ ਹਾਰਿਆ ਔਰ ਉਹ ਅਰੈਸਟ ਹੋਇਆ, ਜੀ, ਉਸ ਨੂੰ ਜੇਲ੍ਹ ਦੇ ਵਿੱਚ ਧਕੇਲ ਦਿੱਤਾ ਗਿਆ। ਤੋਂ ਅੱਜ ਨਾ ਤਾਂ ਸਾਡੇ ਚੀਫ ਮਿਨਿਸਟਰ ਨੇ, ਕਿਉਂਕਿ ਇਹਦਾ ਤਾਂ ਮਤਲਬ ਜਿਹੜਾ ਐਨਸੈਸਟਰਸ ਹੈਗੇ ਆ ਉਹਨਾਂ ਦਾ ਇੱਕ ਕਿਸਮ ਦਾ ਦਰੈਤ ਸੀ ਰਣਜੀਤ ਸਿੰਘ ਦੇ ਖਿਲਾਫ, ਉਹਦਾ ਮੈਂ ਤੁਹਾਨੂੰ ਇਤਿਹਾਸ ਦੇ ਵਿੱਚ ਦੱਸੂਗਾ ਕਿਸ ਤਰੀਕੇ ਦੇ ਨਾਲ ਦਰੈਤ ਸੀ। ਜੀ। ਤੋਂ ਰਣਜੀਤ ਸਿੰਘ ਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਅਨੇਕਾਂ ਲੜਾਈਆਂ ਲੜੀਆਂ, ਔਰ ਉਹ ਲੜਾਈਆਂ ਜਿਹੜੀਆਂ ਲੜਦਾ ਸੀ ਆਪ ਅੱਗੇ ਹੋ ਕੇ ਲੜਦਾ ਸੀ। ਇਹ ਨਹੀਂ ਸੀ ਵੀ ਫਲਾਨਿਆਂ ਤੂੰ ਚਲਿਆ ਜਾ, ਤਿਮਕਿਆ ਤੂੰ ਚਲਿਆ ਜਾ, ਔਰ ਆਪ ਅੱਗੇ ਜਾ ਕੇ ਉਹ ਲੜਾਈਆਂ ਲੜਦਾ ਸੀ। ਜੀ। ਗੁਰੂ ਦੀ ਐਸੀ ਬਰਕਤ ਸੀ ਉਸ ਦੇ ਉੱਤੇ ਕਿ ਉਸ ਤੇ ਕਦੇ ਮਤਲਬ ਜਿਸਮ ਦੇ ਉੱਤੇ ਕੋਈ ਘਾਅ ਹੀ ਨਹੀਂ ਆਇਆ। ਜੀ। 2 ਵਾਰ ਦੁਨੀਆ ਦੇ ਵੱਡਾ ਦਰਿਆ ਜਿਹੜਾ ਮੰਨਿਆ ਜਾਂਦਾ ਸਿੰਧ ਦਰਿਆ, ਜੀ, ਜਿਸ ਨੂੰ ਇੰਡਸ ਇੰਗਲਿਸ਼ ਦੇ ਵਿੱਚ ਕਹਿੰਦੇ ਆ, ਉਸ ਨੇ ਘੋੜੇ ਦੇ ਉੱਤੇ 2 ਵਾਰੀ ਉਸ ਨੂੰ ਪਾਰ ਕੀਤਾ। ਜੀ। ਕਿਸੇ ਗੁਰੂ ਦੀ ਬਰਕਤ ਹੈ, ਕੈਸੀ ਪ੍ਰਮਾਤਮਾ ਦੀ ਉਸ ਦੇ ਉੱਤੇ ਰਹਿਮਤ ਆ ਕਿ ਉਹ ਇਹ ਗੱਲ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਹੈ, ਬਹੁਤ ਵੱਡਾ ਦਰਿਆ, ਬਹੁਤ ਵੱਡਾ ਜੀ, ਬਹੁਤ ਵੱਡਾ, ਜਿਹਦੇ ਚ ਸਾਰੇ 5 ਦਰਿਆ ਜਿਹੜੇ ਪੰਜਾਬ ਦੇ ਆ, ਸਤਲੁਜ, ਜੋ ਬਿਆਸ, ਸਾਰੇ ਜਿਹੜੇ ਜੇਹਲਮ, ਚਨਾਬ, ਜਿਹੜੇ ਸਾਰੇ ਉਹਦੇ ਵਿੱਚ ਜਾ ਕੇ ਗਿਰਦੇ ਆ। ਜੀ। ਉਹ ਐਡਾ ਬੜਾ ਦਰਿਆ 2 ਵਾਰੀ ਉਹਨੂੰ ਆਪਣੀ ਜ਼ਿੰਦਗੀ ਚ ਘੋੜੇ ਦੇ ਉੱਤੇ ਸਵਾਰ ਹੋ ਕੇ ਉਸਨੇ ਪਾਰ ਕੀਤਾ। ਜੀ। ਇਹ ਆਪਣੇ ਆਪ ਦੇ ਵਿੱਚ ਇੱਕ ਮਿਰੇਕਲ ਹੈ, ਜੀ, ਜਿਹੜਾ ਕਿ ਮਤਲਬ ਤੁਸੀਂ ਉਹਨੂੰ ਡਿਸਕ੍ਰਾਈਬ ਨਹੀਂ ਕਰ ਸਕਦੇ ਅੱਖਰਾਂ ਦੇ ਵਿੱਚ। ਬਿਲਕੁਲ। ਔਰ ਦੇਖੋ ਹੋਰ ਦੂਸਰੀ ਬਹੁਤ ਖੂਬਸੂਰਤ ਗੱਲਾਂ ਉਸ ਇਨਸਾਨ ਦੀਆਂ, ਔਰ ਇਤਨਾ ਪਿਆਰਾ ਇਨਸਾਨ ਸੀ ਉਹ ਕਿ ਉਸ ਨੂੰ ਜਿੰਨਾ ਤੁਸੀਂ ਪੜ੍ਹੋਗੇ, ਜਿੰਨਾ ਉਸ ਨੂੰ ਯਾਦ ਕਰੋਗੇ, ਉਹਦੇ ਨਾਲ ਤੁਹਾਡਾ ਇੱਕ ਕਿਸਮ ਦਾ ਪਿਆਰ ਤੇ ਇਸ਼ਕ ਜਿਹਾ ਹੋ ਜਾਏਗਾ ਵੀ ਕਿੱਡਾ ਪਿਆਰਾ ਇਨਸਾਨ ਸੀ। ਔਰ ਦੇਖੋ ਕਿੱਡੀ ਵੱਡੀ ਗੱਲ ਕਿ ਰਣਜੀਤ ਸਿੰਘ ਨੇ ਇਹ ਨਹੀਂ ਵੀ ਹਰ ਇੱਕ ਬੰਦੇ ਨਾਲ ਲੜਾਈ ਨਜਿੱਠੀ, ਪਹਿਲਾਂ ਉਸ ਨੂੰ ਆਪਸ਼ਨ ਦਿੱਤੀ ਜੀ, ਵੀ ਤੂੰ ਮੇਰੀ ਸੋਵਰੇਨਿਟੀ ਨੂੰ ਐਕਸੈਪਟ ਕਰ ਲੈ। ਬਿਲਕੁਲ। ਜੇ ਤੂੰ ਮੇਰੀ ਸੋਵਰੇਨਿਟੀ ਨੂੰ ਐਕਸੈਪਟ ਕਰਦਾ ਕੋਈ ਲੜਾਈ ਨਹੀਂ, ਜੀ, ਤੂੰ ਮੈਨੂੰ ਉਸ ਗੱਲ ਦਾ ਮੁਆਵਜ਼ਾ ਦਿੰਦਾ ਰਹਿ,
ਮੇਰੀ ਸੁਪੀਰੀਅਰਿਟੀ ਮੰਨ ਲੈ, ਤੈਨੂੰ ਉਸੇ ਤਰੀਕੇ ਨਾਲ ਤੂੰ ਆਪਣੇ ਖਿੱਤੇ ਦੇ ਵਿੱਚ ਰਾਜ ਕਰ ਸਕਦਾ, ਜਿਹੜੀਆਂ ਸਹੂਲਤਾਂ ਤੂੰ ਲੈ ਰਿਹਾ ਉਹ ਸਹੂਲਤਾਂ ਲੈਂਦਾ ਰਹੇਗਾ। ਜੀ ਜੇ ਉਸਨੇ ਨਹੀਂ ਮੰਨੀ ਤਾਂ ਫਿਰ ਉਸ ਦੇ ਉੱਤੇ ਲੜਾਈ ਕੀਤੀ। ਲੜਾਈ ਕਰਨ ਤੋਂ ਬਾਅਦ ਉਸ ਬੰਦੇ ਨੂੰ, ਨਵਾਬ ਨੂੰ, ਰਾਜੇ ਨੂੰ, ਮਹਾਰਾਜੇ ਨੂੰ, ਜੋ ਵੀ ਉੱਥੇ ਦਾ ਚੀਫ ਸੀ, ਜੀ ਉਸ ਨੂੰ ਉਹੀ ਸਹੂਲਤਾਂ ਦਿੱਤੀਆਂ ਜਿਹੜੀਆਂ ਉਹ ਪਹਿਲਾਂ ਇੰਜੋਏ ਕਰਦਾ ਸੀ। ਦੁਨੀਆ ਦੇ ਇਤਿਹਾਸ ਦੇ ਵਿੱਚ ਲੋਕਾਂ ਨੇ ਸਟੇਟਾਂ ਵੀ ਜਿੱਤੀਆਂ, ਲੋਕਾਂ ਨੇ ਰਾਜ ਵੀ ਕੰਕਰ ਕੀਤੇ ਆ, ਪਰ ਉੱਥੇ ਦੇ ਰਾਜਿਆਂ ਨੂੰ, ਮਹਾਰਾਜਿਆਂ ਨੂੰ, ਨਵਾਬਾਂ ਨੂੰ, ਚੀਫਾਂ ਨੂੰ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਧੱਕਿਆ। ਉਹਨਾਂ ਦੇ ਪਰਿਵਾਰਾਂ ਨੂੰ ਜੇਲ੍ਹਾਂ ਦੇ ਵਿੱਚ ਮਤਲਬ ਧੱਕ ਕੇ ਉਹਨਾਂ ਦੀ ਸਾਰੀ ਜ਼ਿੰਦਗੀ ਜਿਹੜੀ ਉਹ ਜ਼ਲੀਲ ਕੀਤੀ, ਔਰ ਉਹ ਵਿਚਾਰੇ ਜੇਲ੍ਹਾਂ 'ਚ ਰਹਿ ਕੇ ਸੜ ਕੇ ਮਰ ਗਏ। ਮੈਂ ਇੱਕ ਛੋਟੀ ਜਿਹੀ ਗੱਲ ਟੋਕਦਾ ਇੱਥੇ, ਜਿਵੇਂ ਤੁਸੀਂ ਗੱਲ ਕੀਤੀ ਕਿ ਜਦੋਂ ਕੋਈ ਰਾਜਾ ਦੂਜੇ ਰਾਜੇ ਨੂੰ ਜਿੱਤਦਾ ਆ ਤਾਂ ਤਸ਼ੱਦਦ ਕਰਦਾ ਹੈ, ਤਾਂ ਦੂਜਾ ਤਸ਼ੱਦਦ ਇੱਕ ਔਰਤਾਂ ਤੇ ਵੀ ਢਾਇਆ ਜਾਂਦਾ ਹੈ। ਹਾਂਜੀ, ਤਾਂ ਕੀ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਧੀ ਭੈਣ ਦੇ ਉੱਪਰ ਹੱਥ ਪਾਇਆ ਸੀ ਆਪਣੇ ਦੁਸ਼ਮਣ ਦੇ? ਉਹ ਕਿਸੇ ਇੱਕ ਵੀ ਮਿਸਾਲ ਨਹੀਂ ਇਸ ਗੱਲ ਦੀ ਮਿਲਦੀ ਜੀ। ਉਸ ਬੰਦੇ ਨੇ, ਤੁਸੀਂ ਧੀ ਭੈਣ ਦੀ ਤਾਂ ਗੱਲ ਛੱਡੋ, ਜਿਹੜੇ ਫੌਜੀ ਵੀ ਲੜਦੇ ਸੀ ਉਸ ਦੀ ਫੌਜ ਦੇ ਨਾਲ, ਉਹਨਾਂ ਦੇ ਨਾਲ ਵੀ ਇਨਸਾਫ ਕੀਤਾ, ਦਇਆ ਕੀਤੀ। ਜੀ ਕਿਉਂ ਕੀਤੀ ਇਹ ਗੱਲ? ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ, ਉਹਦਾ ਸਤਿਕਾਰ ਕਰਨ ਵਾਲਾ, ਉਸ ਦੇ ਸਿਧਾਂਤਾਂ ਨੂੰ ਆਪਣੇ ਜੀਵਨ 'ਚ ਢਾਲਣ ਵਾਲਾ ਰਣਜੀਤ ਸਿੰਘ ਸੀ। ਜੀ ਕਿਸ ਤਰੀਕੇ ਨਾਲ? ਕਰਤਾਰਪੁਰੀ ਬੀੜ, ਜਿਹੜੀ ਕਿ ਕਰਤਾਰਪੁਰ ਦੇ ਸੋਢੀਆਂ ਦੇ ਕੋਲ ਜਿਹੜੀ ਹੱਥ ਲਿਖਤ ਬੀੜ ਸੀ, ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜੀ ਲਿਖਾਈ ਸੀ, ਜੀ ਉਹ ਮਤਲਬ ਉੱਥੋਂ ਲਿਆਂਦੀ ਗਈ, ਉਸ ਦੇ ਨਾਲ ਜਗੀਰਾਂ ਲਗਾਈਆਂ ਗਈਆਂ। ਉਸ ਤੋਂ ਬਾਅਦ ਕਿਉਂਕਿ ਆਪ ਪੜ੍ਹ ਨਹੀਂ ਸੀ ਸਕਦੇ, ਓਪਰਚੁਨਿਟੀ ਤਾਂ ਮਿਲੀ ਨਹੀਂ, 12 ਸਾਲ ਦੀ ਉਮਰ 'ਚ ਤਾਂ ਜਦੋਜਹਿਦ 'ਚ ਪੈ ਗਏ। ਜੀ ਬਾਪ ਦਾ ਸਾਇਆ ਸਿਰ ਤੋਂ ਨਿਕਲ ਗਿਆ, ਤਾਂ ਸਾਰੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਉੱਤੇ ਆ ਪਈਆਂ। ਫਿਰ ਸਾਰੀ ਜ਼ਿੰਦਗੀ ਲੜਦੇ ਰਹੇ। ਜੀ ਤੋਂ ਲੜਦਿਆਂ ਦੇ ਵਿੱਚ ਉਹਨਾਂ ਨੂੰ ਪੜ੍ਹਾਈ ਜਾਂ ਸਕੂਲ ਇਸ ਕਿਸਮ ਦੀ ਓਪਰਚੁਨਿਟੀ ਨਹੀਂ ਮਿਲੀ। ਜੀ ਲੇਕਿਨ ਉਹਨਾਂ ਨੇ ਗ੍ਰੰਥੀ ਰੱਖੇ, ਪਾਠੀ ਰੱਖੇ, ਔਰ ਉਹ ਜਦੋਂ ਵੀ ਸਵੇਰ ਉੱਠ ਕੇ ਇਸ਼ਨਾਨ ਕਰਕੇ ਕਿਰਿਆ ਸੋਧ ਕੇ ਉਹ ਪਾਠੀ ਨੂੰ ਕਹਿੰਦੇ ਸੀ ਵੀ ਵਾਕ ਲੈ ਭਾਈ, ਵਾਕ ਲੈ ਸੁਣ ਕੇ ਨਤਮਸਤਕ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਉਸ ਤੋਂ ਬਾਅਦ ਵਾਕ ਲੈ ਕੇ ਅਰਦਾਸ ਕਰਕੇ ਫਿਰ ਉਹ ਆਪਣੇ ਕੰਮ ਤੇ ਜਾਂਦੇ ਸੀ। ਜੀ ਕੰਮ ਸ਼ੁਰੂ ਕਰਦੇ ਸੀ। ਔਰ ਇੱਥੇ ਮੈਂ ਤੁਹਾਨੂੰ ਹੋਰ ਵੀ ਬੜੀ ਦਿਲਚਸਪ ਗੱਲ ਦੱਸਦਾ ਵੀ ਜਿੱਥੇ ਵੀ ਰਣਜੀਤ ਸਿੰਘ ਜਾਂਦੇ ਸੀ, ਜੀ ਚਾਹੇ ਉਹ ਕਿਸੇ ਹੋਰ ਸੂਬੇ 'ਚ ਗਏ, ਕਿਸੇ ਹੋਰ ਟੈਰੀਟਰੀ 'ਚ ਗਏ, ਲੜਾਈ ਦੇ ਮੈਦਾਨ ਦੇ ਵਿੱਚ ਗਏ, ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਜਿਹੜਾ ਪਾਠੀ ਹੁੰਦਾ ਸੀ ਉਹ ਨਾਲ ਜਾਂਦਾ ਸੀ ਹਮੇਸ਼ਾ ਹੀ, ਹਮੇਸ਼ਾ, ਜੀ ਤਾਂ ਕਿ ਕਿਸੇ ਕਿਸਮ ਦੀ ਉਸ ਦੇ ਵਿੱਚ ਟੋਟ ਨਾ ਆਵੇ। ਕੋਈ ਐਸਾ ਨਾ ਹੋਵੇ ਵੀ ਉਹ ਦਿਨ ਬਾਕੀ ਰਹਿ ਗਿਆ ਜਿਸ ਦਿਨ ਗੁਰੂ ਮਹਾਰਾਜ ਅੱਗੇ ਸਮਰਪਿਤ ਨਹੀਂ ਹੋਏ, ਨਤਮਸਤਕ ਨਹੀਂ ਹੋਏ, ਵਾਕ ਨਹੀਂ ਸੁਣਿਆ। ਤੋਂ ਇਹ ਗੱਲ ਬਹੁਤ ਵੱਡੀ ਹੈ। ਔਰ ਮੈਂ ਤੁਹਾਨੂੰ ਹੋਰ ਦੱਸਾਂ, ਲਾਹੌਰ ਸ਼ਹਿਰ ਦੇ ਵਿੱਚ ਬਹੁਤ ਉੱਚਾ ਚੁਬਾਰਾ ਬਣਾਇਆ ਗਿਆ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਰੱਖੀ ਗਈ, ਜੀ ਤਾਂ ਕਿ ਮਤਲਬ ਉਸ ਦੇ ਨੀਚੇ ਹੀ ਸਾਰਾ ਕੁਝ ਹੋਵੇ। ਸਲਤਨਤ ਸਾਰੀ ਜਿਹੜੀ ਲਾਹੌਰ, ਉਸ ਦਾ ਦਰਬਾਰ ਹੈ, ਲਾਹੌਰ ਉਸ ਦੀ ਕੈਪੀਟਲ ਹੈ ਰਣਜੀਤ ਸਿੰਘ ਦੇ ਰਾਜ ਦੀ। ਤੋਂ ਇਸ ਕਿਸਮ ਦੀਆਂ ਬਰਕਤਾਂ ਵਾਲਾ ਇਨਸਾਨ, ਜਿਸ ਦੇ ਉੱਤੇ ਗੁਰੂ ਦੀ ਇਸ ਇਤਨੀ ਬੜੀ ਬਖਸ਼ਿਸ਼। ਮੈਂ 30-32 ਸਾਲ ਪਹਿਲਾਂ ਕਿਤਾਬ ਲਿਖੀ ਸੀ, ਇਨਸਾਈਟਸ ਇਨਟੂ ਸਿੱਖ ਰਿਲੀਜਨ ਐਂਡ ਹਿਸਟਰੀ। ਜੀ ਉਸ ਦੇ ਵਿੱਚ ਮੈਂ 31 ਪੇਜ ਦਾ ਇੱਕ ਆਰਟੀਕਲ ਲਿਖਿਆ ਸੀ, ਦ ਸਿੱਖ ਰੂਲ ਐਂਡ ਰਣਜੀਤ ਸਿੰਘ, ਜੀ ਕਿ ਰਣਜੀਤ ਸਿੰਘ ਦਾ ਜਿਹੜਾ ਰਾਜ ਹੈ ਉਹ ਸਿੱਖ ਰੂਲ ਹੈ, ਉਹ ਉਹਦਾ ਆਪਣਾ ਰਾਜ ਨਹੀਂ ਹੈ। ਸਿੱਖੀ ਦੀਆਂ ਕਦਰਾਂ ਕੀਮਤਾਂ ਦੀ ਬੁਨਿਆਦ ਦੇ ਉੱਤੇ ਸਿਰਜਿਆ ਹੋਇਆ ਰਾਜ ਹੈ, ਗੁਰੂ ਦੀਆਂ ਬਰਕਤਾਂ ਦੇ ਉੱਤੇ ਸਿਰਜਿਆ ਹੋਇਆ ਰਾਜ ਹੈ। ਹੁਣ ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸਣੀ ਚਾਹੁੰਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਦਲਾ ਸ਼ਬਦ ਨਹੀਂ ਹੈ। ਜੀ ਦੇਖੋ, ਉਸ ਤੋਂ ਪਹਿਲਾਂ ਕੀ ਹੁੰਦਾ, 18ਵੀਂ ਸਦੀ ਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਉੱਤੇ ਮੁੱਲ ਰੱਖਿਆ ਜਾਂਦਾ, ਔਰ ਇਸੇ ਤਰੀਕੇ ਦੇ ਨਾਲ ਉਸ ਤੋਂ ਪਹਿਲਾਂ ਗੁਰੂਆਂ ਦੇ ਪਰਿਵਾਰਾਂ ਦੀਆਂ ਸ਼ਹਾਦਤਾਂ, ਗੁਰੂਆਂ ਦੀਆਂ ਸ਼ਹਾਦਤਾਂ ਹੁੰਦੀਆਂ। ਜੀ ਤੋਂ ਬਾਵਜੂਦ ਇਸ ਗੱਲ ਦੇ ਇੱਕ ਇਹੋ ਜਿਹਾ ਪਿਛੋਕੜ ਹੈ ਇਤਿਹਾਸ ਦਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਬਦਲੇ ਦੀ ਵੀ ਭਾਵਨਾ ਆ ਸਕਦੀ ਹੈ ਕੁਦਰਤੀ ਤੌਰ ਤੇ। ਆ ਦੇਖੋ ਹੁਣ ਕੀ ਹੋ ਰਿਹਾ, ਆ ਬਾਬਰੀ ਮਸਜਿਦ ਅਗਲੇ ਨੇ ਢਾਹ ਕੇ ਉਹ ਮਾਰੀ ਢੇਰੀ ਕਰਕੇ। ਤੋਂ ਇਸ ਕਿਸਮ ਦੀਆਂ ਭਾਵਨਾਵਾਂ ਪ੍ਰਚਲਿਤ ਹੋ ਜਾਂਦੀਆਂ ਔਰ ਕਈ ਵਾਰੀ ਰੂਲਰਸ ਨੂੰ ਮਜਬੂਰ ਵੀ ਕਰ ਦਿੰਦੀਆਂ। ਪਰ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਇਹ ਗੱਲ ਨਹੀਂ ਕੀਤੀ ਗਈ। ਕਿਉਂ ਨਹੀਂ ਕੀਤੀ ਗਈ? ਉਹਦਾ ਕਾਰਨ ਹੈ ਕਿਉਂਕਿ ਗੁਰੂ ਨੂੰ ਸਮਰਪਿਤ ਸੀ, ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸੀ ਰਣਜੀਤ ਸਿੰਘ,
ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਦਲਾ ਸ਼ਬਦ ਹੀ ਨਹੀਂ ਹੈ, ਜੀ। ਇਹ ਭਾਵਨਾਵਾਂ ਹੀ ਨਹੀਂ ਹੈਗੀਆਂ ਵੀ ਕਿਸੇ ਨੇ ਜੇ ਕੋਈ ਗਲਤ ਗੱਲ ਕੀਤੀ ਆ ਤਾਂ ਉਹਨਾਂ ਦੇ ਜਾਨਸ਼ੀਨਾਂ ਤੋਂ ਤੁਸੀਂ ਬਦਲਾ ਲਓ। ਤਾਂ ਉਸ ਦੇ ਵਿੱਚ ਕੀ ਹੈ, ਗੁਰੂ ਗ੍ਰੰਥ ਸਾਹਿਬ ਦੇ 3 ਵਾਰੀ ਨਿਆਂ ਸ਼ਬਦ ਆਉਂਦਾ ਜੀ। ਨਿਆਂ ਹੈ ਜਸਟਿਸ ਦੇਣਾ ਕਿਸੇ ਨੂੰ, ਇਨਸਾਫ ਦੇਣਾ ਕਿਸੇ ਨੂੰ, ਔਰ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਣੀਆਂ ਭਾਵਨਾਵਾਂ ਦੇ ਉੱਤੇ ਕੰਟਰੋਲ ਕਰਨਾ, ਆਪਣੇ ਇਮੋਸ਼ਨਸ ਨੂੰ ਤੁਸੀਂ ਸਬਮਿਟ ਕਰ ਦੇਣਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਗੁਰੂ ਦੇ ਅੱਗੇ, ਔਰ ਗੁਰੂ ਦੀ ਜੋ ਮਤਲਬ ਵਿਚਾਰਧਾਰਾ ਹੈ ਉਸ ਨੂੰ ਆਪਣੀ ਜ਼ਿੰਦਗੀ ਵਿੱਚ, ਆਪਣੇ ਵਿਚਾਰਾਂ ਵਿੱਚ ਸਮੋ ਲੈਣਾ। ਇਹ ਰਣਜੀਤ ਸਿੰਘ ਦਾ ਬੜਪਨ। ਮੈਂ ਇਸੇ ਕਰਕੇ ਉਸ ਆਰਟੀਕਲ ਦਾ ਟਾਈਟਲ ਦਿੱਤਾ ਸੀ ਦੀ ਸਿੱਖ ਰੂਲ ਐਂਡ ਰਣਜੀਤ ਸਿੰਘ। ਰੂਲ ਸਿੱਖੀ ਦਾ ਹੈ, ਔਰ ਇਹ ਕਿਉਂ ਹੈ ਜੀ? ਦੇਖੋ, ਸਿੱਕੇ ਜ਼ਾਹਰ ਕੀਤੇ, ਕਿੱਡੇ ਬੜਾ ਮਹਾਨ ਇਨਸਾਨ ਆ ਉਹ। ਸਿੱਕੇ ਜ਼ਾਹਰ ਕੀਤੇ, ਜਾਰੀ ਕੀਤੇ, ਕਿਸ ਦੇ ਨਾਮ ਦੇ ਉੱਤੇ ਜਾਰੀ ਕੀਤੇ? ਨਾਨਕ ਗੁਰੂ ਗੋਬਿੰਦ ਸਿੰਘ ਦੇ ਨਾਮ ਦੇ ਉੱਤੇ। ਤਾਂ ਕਿਸੇ ਨੇ ਸਵਾਲ ਕਰ ਦਿੱਤਾ ਕਿ ਮਹਾਰਾਜਾ ਸਾਹਿਬ, ਉਹ ਆਪਣੇ ਆਪ ਨੂੰ ਮਹਾਰਾਜਾ ਨਹੀਂ ਉਸਨੇ ਕਦੇ ਕਿਹਾ ਜੀ। ਇੱਥੇ ਮੈਂ ਤੁਹਾਨੂੰ ਇਹ ਖਾਸ ਤੌਰ ਤੇ ਦੱਸਣਾ, ਲੋਕ ਉਸ ਨੂੰ ਮਹਾਰਾਜਾ ਕਹਿੰਦੇ ਸੀ, ਸ਼ੇਰੇ ਪੰਜਾਬ ਕਹਿੰਦੇ ਸੀ, ਜੋ ਮਰਜ਼ੀ ਟਾਈਟਲ ਦਿੰਦੇ ਸੀ, ਪਰ ਉਸ ਨੇ ਆਪਣੇ ਆਪ ਨੂੰ ਰਣਜੀਤ ਹੀ ਕਿਹਾ, ਨਗਾਰਾ ਕਿਹਾ ਵੀ ਮੈਂ ਤਾਂ ਗੁਰੂ ਦਾ ਇੱਕ ਨਗਾਰਾ ਹਾਂ। ਤੋ ਉਸ ਨੇ ਕੀ ਕੀਤਾ, ਉਹਨਾਂ ਨੇ ਸਵਾਲ ਕੀਤਾ ਵੀ ਤੁਸੀਂ ਤਖਤ ਤੇ ਕਿਉਂ ਨਹੀਂ ਬੈਠਦੇ? ਤਾਂ ਰਣਜੀਤ ਸਿੰਘ ਨੇ ਜਵਾਬ ਦਿੱਤਾ, ਤਖਤ ਤੇ ਕੌਣ ਬੈਠੇਗਾ ਜਿਸ ਦੇ ਨਾਮ ਦੇ ਉੱਤੇ ਸਿੱਕਾ? ਸਿੱਕਾ ਤਾਂ ਗੁਰੂ ਦੇ ਨਾਮ ਦੇ ਉੱਤੇ ਹੈ, ਨਾਨਕ ਦੇ ਨਾਮ ਦੇ ਉੱਤੇ, ਗੁਰੂ ਗੋਬਿੰਦ ਸਿੰਘ ਦੇ ਨਾਮ ਦੇ ਉੱਤੇ ਹੈ। ਮਹਾਰਾਜਾ ਸਾਹਿਬ ਤਖਤ ਤੇ ਵੀ ਨਹੀਂ ਸੀ ਬੈਠੇ? ਨਾ, ਤਖਤ ਤੇ ਨਹੀਂ ਬੈਠੇ, ਕਲੰਗੀ ਨਹੀਂ ਲਾਈ, ਕੋਈ ਟਾਈਟਲ ਨਹੀਂ ਲਿਆ। ਕਮਾਲ ਦੀ ਗੱਲ, ਬੜੀ ਵੱਡੀ। ਔਰ ਤੁਸੀਂ ਦੇਖੋ, ਪਤਾ ਕੀ ਕਹਿੰਦੇ ਸੀ? ਸਰਕਾਰੇ ਖਾਲਸਾ ਜੀ। ਸਰਕਾਰੇ ਵੀ ਇਹ ਜਿਹੜੀ ਸਰਕਾਰ ਹੈ ਖਾਲਸੇ ਦੀ ਸਰਕਾਰ, ਜੀ ਜੀ ਜੀ, ਤੇ ਗੁਰੂ ਦੀ ਸਰਕਾਰ, ਗੁਰੂ ਦੇ ਨਾਮ ਦੇ। ਔਰ ਫਿਰ ਦੇਖੋ ਜਿਹੜੀ ਸੀਲ ਆ, ਸੀਲ ਹੁੰਦੀ ਹੈ ਕਿ ਨਹੀਂ, ਜਿਹੜੀ ਉਹ ਕਿਸੇ ਵੀ ਉਹਨੂੰ ਰਿਪਰੈਜ਼ੈਂਟ ਕਰਦੀ ਆ, ਜਿਸ ਤਰ੍ਹਾਂ ਪੰਜਾਬ ਗਵਰਨਮੈਂਟ ਦੀ ਸੀਲ ਆ, ਇਸੇ ਤਰੀਕਾ ਸੈਂਟਰਲ ਗਵਰਨਮੈਂਟ ਦੀ ਸੀਲ ਆ ਜਿਹੜੀ ਲੱਗਦੀ ਆ, ਤਾਂ ਉਸ ਦੇ ਵਿੱਚ ਜਿਹੜੀ ਸੀਲ ਸੀ ਉਸ ਦੇ ਉੱਤੇ ਵੀ ਇਹ ਚੀਜ਼ ਮੋਹਰ ਦੇ ਉੱਤੇ ਲੱਗੀ ਵੀ ਸੀ ਕਿ ਇਹ ਗੱਲ ਅਕਾਲ ਸਹਾਇ, ਕਿ ਮੈਂ ਸਬਮਿਟ ਕਰਦਾ ਟੂ ਅਕਾਲ ਪੁਰਖ ਜੀ। ਤਾਂ ਇਹ ਗੱਲ ਕਿੱਡੀ ਵੱਡੀ, ਕਿੱਡੀ ਮਹਾਨ ਗੱਲ ਆ, ਕਿੱਡੀ ਉੱਚੀ ਗੱਲ ਆ, ਕਿੱਡੇ ਵੱਡੇ ਮਤਲਬ ਕਿਰਦਾਰ ਦੀ ਗੱਲ ਆ, ਔਰ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਮਤਲਬ ਖਤਮ ਕਰਕੇ ਸਾਰੀ ਚੀਜ਼ ਸਮਰਪਿਤ ਕਰਤੀ ਗੁਰੂ ਦੇ ਸਿਧਾਂਤ ਨੂੰ। ਤਾਂ ਇਸ ਕਿਉਂਕਿ ਉਹ ਗੁਰੂ ਦੇ ਸਿਧਾਂਤ ਦੇ ਵਿੱਚ ਸਮੋਇਆ ਹੋਇਆ ਸੀ ਇਨਸਾਨ ਉਹ, ਔਰ ਉਸ ਸਮੋਏ ਹੋਏ ਇਨਸਾਨ ਨੇ ਅੱਜ ਤੱਕ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਕਿਤਨੇ ਟਰੈਵਲਰਸ ਆਏ ਆ ਜਿਨ੍ਹਾਂ ਨੇ ਇਹ ਚੀਜ਼ ਲਿਖੀ ਆ, ਔਰ ਲਿਖੀ ਆ ਬਹੁਤ ਹੀ ਖੂਬਸੂਰਤ ਤਰੀਕਿਆਂ ਦੇ ਨਾਲ। ਹੁਣ ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸਦਾ ਜੀ। ਹੁਣੇ ਆਰਟੀਕਲ ਆਇਆ ਇੱਕ ਜਿਹਦਾ ਨਾਮ ਅਭੂਤ ਭੱਟਾਚਾਰੀਆ, ਉਹ ਵਿਚਾਰਾ ਹਿੰਦੂ ਆ, ਉਸਨੇ ਕੀ ਲਿਖਿਆ? ਵਾਈ ਡਿਡ ਮਹਾਰਾਜਾ ਰਣਜੀਤ ਸਿੰਘ whose death anniversary falls today, 27 ਤਰੀਕ ਦੇ ਅਖਬਾਰ ਦੇ ਵਿੱਚ remain unconquered। ਕਿੱਡੀ ਵੱਡੀ ਗੱਲ ਹੈ। ਦੁਨੀਆ 'ਚ ਦੇਖੋ ਕਿੰਨੀਆਂ, ਤੁਹਾਡੀ ਮੇਰੀ ਜ਼ਿੰਦਗੀ 'ਚ ਕਿੰਨੀਆਂ ਹਾਰਾਂ ਆਈਆਂ, ਕਿੰਨੇ ਅਸੀਂ ਮਤਲਬ ਮੰਨਿਆ ਵੀ ਅਸੀਂ ਹਾਰ ਗਏ, ਉਹ ਗੱਲ ਅਸੀਂ ਕਰ ਨਹੀਂ ਸਕੇ। ਇੱਕ ਬੰਦਾ ਇਨਸਾਨ ਦੁਨੀਆ ਦੇ ਇਤਿਹਾਸ ਦੇ ਵਿੱਚ ਜਿਹੜਾ ਇਸ ਦੁਨੀਆ 'ਚ ਅਨਕੰਕਰਡ ਗਿਆ, ਨੈਪੋਲੀਅਨ ਦੀ ਜਿਹੜੀ ਐਂਡ ਹੈ ਉਹ ਬਹੁਤ ਭਿਆਨਕ, ਬਹੁਤ ਮਾੜਾ। तो ਅੱਗੇ ਕੀ ਕਹਿ ਰਿਹਾ? ਇਟ ਵਾਸ ਓਇੰਗ ਟੂ ਦ ਰੂਲਰਸ ਫਾਰ ਮਾਈਂਡedness, ਵੀ ਇਤਨੇ ਬੜੇ ਦਿਲ ਦਾ ਇਨਸਾਨ ਸੀ ਰਣਜੀਤ ਸਿੰਘ, ਜਿਸ ਦੀ ਕੋਈ ਮਤਲਬ ਮਿਸਾਲ ਹੀ ਨਹੀਂ, ਜਿਸ ਦਾ ਕੋਈ ਪੈਰਲਲ, ਆਬਜੈਕਟਿਵਿਟੀ, ਇੰਪਾਰਸ਼ੈਲਿਟੀ, ਟੋਟਲੀ ਇੰਪਾਰਸ਼ਲ। तो किस तरीके एंड दी एबिलिटी टू राइज अबव नैरो क्लैन जी, छोटियां ਜਿਹੜੀਆਂ ਤੰਗ ਦਿਲੀਆਂ ਹਨ ਵੀ ਮੈਂ ਸਿੱਖ ਹਾਂ, ਉਹ ਇਸ ਕਲੈਨ ਨੂੰ ਬਿਲੋਂਗ ਕਰਦਾ, ਉਸ ਕਲੈਨ ਨੂੰ ਬਿਲੋਂਗ ਕਰਦਾ, ਇਹਨਾਂ ਤੋਂ ਉੱਪਰ ਉੱਠਿਆ ਹੋਇਆ ਇਨਸਾਨ ਸੀ ਹੋਗੀ। ਕਲੈਨ, ਕਮਿਊਨਿਟੀ, ਕਾਸਟ, communal or other negative characteristics which afflicted numerous princely rulers in Hindustan। जी 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 जी, हिंदुस्तान ਦੇ ਜਿਹੜੇ ਰਾਜੇ ਆ ਉਹ ਕਿਸ ਚੀਜ਼ ਦੇ ਵਿੱਚ ਲਿਬੜੇ ਹੋਏ ਆ? ਮੈਂ ਫਲਾਨਾ ਹਾਂ ਜੀ, ਮੈਂ ਰਾਜਪੂਤ ਹਾਂ ਜੀ, ਮੈਂ ਮਰਾਠਾ ਹਾਂ ਜੀ। ਇੱਕੋ ਹੀ ਰਾਜਾ ਇਸ ਮਤਲਬ ਦੁਨੀਆ ਦੇ ਇਤਿਹਾਸ ਦੇ ਵਿੱਚ ਪੈਦਾ ਹੋਇਆ ਜਿਹਨੇ ਕਦੇ ਇਹ ਕਲੇਮ ਹੀ ਨਹੀਂ ਕੀਤਾ। ਔਰ ਮੈਂ ਤੁਹਾਨੂੰ ਹੋਰ ਬੜੀਆਂ ਬਹੁਤ ਦਿਲਚਸਪ ਕਹਾਣੀਆਂ ਰਣਜੀਤ ਸਿੰਘ ਦੀ ਜ਼ਿੰਦਗੀ ਦੀਆਂ, ਜਿੱਥੋਂ ਪਤਾ ਲੱਗਦਾ ਵੀ ਇਤਨਾ ਇਨਸਾਨ, ਪਾਕ ਇਨਸਾਨ ਸੀ। ਖੋਲ ਕੇ ਦੱਸੋ। ਹਾਂ ਦੱਸ, ਮੈਂ ਸਾਰੀਆਂ ਤੁਹਾਨੂੰ ਦੱਸਾਂ ਜੀ।
ਕਿਸੇ ਲੜਾਈ ਦੇ ਮੈਦਾਨ ਵਿੱਚ ਗਏ ਰਣਜੀਤ ਸਿੰਘ, ਦਿਮਾਗ 'ਚ ਆ ਗਿਆ ਵੀ ਮੈਂ ਜਿੱਤ ਲਿਆ, ਮੈਂ ਆ ਗਈ, ਹਉਮੈ ਆ ਗਈ। ਉਹ ਫਿਰ ਰਿਅਲਾਈਜੇਸ਼ਨ ਹੋਈ ਆਉਂਦੇ ਰਸਤੇ ਦੇ ਵਿੱਚ ਵੀ ਤੂੰ ਰਣਜੀਤ ਸਿੰਘ ਕਿੱਡੀ ਗਲਤੀ ਕਰਤੀ, ਕਿੱਡੀ ਬੜੀ ਕੁਤਾਹੀ ਕਰ ਦਿੱਤੀ। ਗੱਲ ਆਪਣੇ ਮਨ 'ਚ ਆਈ। ਹਾਂ, ਆਪਣੇ ਮਨ 'ਚ ਹੀ, ਮੈਂ ਤੁਹਾਨੂੰ ਦੱਸ ਦੇਣਾ, ਕਿਸੇ ਨੂੰ ਪਤਾ ਨਹੀਂ, ਕਿਸੇ ਨੂੰ ਕੋਈ ਨਹੀਂ ਪਤਾ, ਆਪਣੇ ਮਨ ਵਿੱਚ ਹੀ ਆਈ ਗੱਲ। ਜੀ। ਤਾਂ ਫੇਰ ਕੀ ਆਇਆ, ਜਿੱਥੇ ਗੁਰੂ ਗ੍ਰੰਥ ਸਾਹਿਬ ਰੱਖੇ ਹੋਏ ਸੀ, ਬਿਰਾਜਮਾਨ ਸੀ, ਉਸ ਕਮਰੇ 'ਚ ਜਾਂਦੇ ਆ। ਕਮਰੇ 'ਚ ਜਾ ਕੇ ਹੱਥ ਬੰਨ ਕੇ ਖੜੇ ਹੋ ਕੇ ਅਰਦਾਸ ਕਰਦੇ, ਸੱਚਾ ਪਾਤਸ਼ਾਹ ਮੈਨੂੰ ਮਾਫ ਕਰ ਦੇ, ਜੀ ਮੇਰੇ ਤੋਂ ਬੜੀ ਕੁਤਾਹੀ ਹੋ ਗਈ, ਜਿੱਤ ਤਾਂ ਤੇਰੀ ਹੈ, ਵਾਹਿਗੁਰੂ, ਜਿੱਤ ਤਾਂ ਤੇਰੀ ਹੈ। ਔਰ ਫਿਰ ਆਪਣੀ ਦਾੜੀ ਦੇ ਨਾਲ ਉਸ ਕਮਰੇ ਦਾ ਫਰਸ਼ ਸਾਫ਼ ਕਰਦੇ। ਕਿੱਡੀ ਤਾਕਤ ਵਾਲਾ ਇਨਸਾਨ, ਜੀ ਕਿੱਡੀ ਮਤਲਬ ਉਸ ਦੇ ਵਿੱਚ ਸ਼ਕਤੀ ਹੈ, ਕਿਤਨਾ ਉਸ ਦਾ ਦੁਨੀਆ ਦੇ ਵਿੱਚ ਔਰਾ ਹੈ, ਬਾਵਜੂਦ ਇਸ ਗੱਲ ਦੇ ਉਸ ਵਿੱਚ ਹਉਮੈ ਨਹੀਂ, ਔਰ ਸਮਰਪਿਤ ਗੁਰੂ ਨੂੰ। ਔਰ ਉਹ ਮਾਫੀ ਮੰਗ ਰਿਹਾ ਵੀ ਸੱਚਾ ਪਾਤਸ਼ਾਹ ਮੈਨੂੰ ਬਖਸ਼ ਲੈ। ਇਸੇ ਕਰਕੇ ਉਹ ਇਨਸਾਨ ਇਸ ਦੁਨੀਆ ਦੇ ਵਿੱਚ ਅਨਕੰਕੜ ਗਿਆ, ਉਸ ਨੂੰ ਕੋਈ ਜਿੱਤ ਨਹੀਂ ਸਕਿਆ, ਕਿਉਂਕਿ ਗੁਰੂ ਨੂੰ ਕੌਣ ਮਨੁੱਖੀ ਇਤਿਹਾਸ ਦੇ ਵਿੱਚ, ਮਨੁੱਖੀ ਇਤਿਹਾਸ ਦੇ 3000 ਸਾਲ ਚ 3000 ਸਾਲ ਦੇ ਮਨੁੱਖੀ ਇਤਿਹਾਸ ਦੇ ਵਿੱਚ ਇੱਕ ਇਨਸਾਨ ਕਿਤਨੀਆਂ ਲੜਾਈਆਂ ਲੜੀਆਂ, ਕੋਈ ਰਾਜ ਭਾਗ ਤਾਂ ਵਿਰਸੇ ਚ ਮਿਲਿਆ ਨਹੀਂ ਸੀ। 30 ਘੋੜ ਸਵਾਰ ਸੀ ਬਾਪ ਦੇ ਕੋਲ, ਸਿਰਫ 30 ਘੋੜ ਸਵਾਰ। ਉਸ ਤੋਂ ਬਾਅਦ ਚੱਲਿਆ ਰਣਜੀਤ ਸਿੰਘ, ਨਾਲੇ ਨਿਆਣੀ ਉਮਰ ਚ ਪਿਓ, ਹਾਂ ਪਿਓ ਦਾ ਸਾਇਆ ਉੱਠ ਗਿਆ, ਦਾਦੇ ਦਾ ਸਾਇਆ ਵੀ ਉੱਠ ਗਿਆ, ਪਿਓ ਦਾ ਸਾਇਆ ਵੀ ਉੱਠ ਗਿਆ, ਕੋਈ ਹੈ ਹੀ ਨਹੀਂ ਭੈਣ ਭਰਾ ਨਹੀਂ ਜਿਹੜਾ ਉਹਦੀ ਮਦਦ ਕਰ ਸਕਦਾ। ਤਾਂ ਮਹਾਰਾਜ ਦੀ ਬਖਸ਼ਿਸ਼ ਉਸ ਦੇ ਉੱਤੇ ਐਸੀ ਸੀ, ਇੱਕ ਕਰਾਮਾਤ ਹੈ, ਮੈਂ ਸਮਝਦਾ ਇੱਕ ਕਰਾਮਾਤ, ਬਿਲਕੁਲ, ਜਿਹੜੀ ਕਰਾਮਾਤ ਤੁਸੀਂ ਐਕਸਪਲੇਨ ਨਹੀਂ ਕਰ ਸਕਦੇ ਰੀਜ਼ਨ ਤੇ ਲੌਜਿਕ ਦੇ ਨਾਲ। ਤਾਂ ਉਸ ਦੀ ਮਤਲਬ ਆਤਮਿਕ ਬਲ ਜਿਹੜਾ ਸੀ ਨਾ, ਉਸ ਦੇ ਵਿੱਚ ਜਿਹੜੀ ਇੱਕ ਕਿਸਮ ਦੀ ਪਰਮਾਤਮਾ ਨੂੰ, ਗੁਰੂ ਨੂੰ ਸਾਖਸ਼ਾਤ ਮੰਨ ਕੇ ਉਸ ਅੱਗੇ ਅਰਦਾਸ ਕਰ ਰਹੇ। ਔਰ ਦੇਖੋ ਕਮਾਲ ਦੀ ਗੱਲ ਇਹ ਹੈ, ਕਿੰਨੀ ਗ੍ਰੇਟਨੈਸ ਉਸ ਆਦਮੀ 'ਚ, ਕਿੰਨਾ ਗ੍ਰੈਂਜਰ ਹੈ ਉਸ ਬੰਦੇ 'ਚ। ਕੋਈ ਐਸ ਕਿਸਮ ਦਾ ਪਹਿਰਾਵਾ ਨਹੀਂ ਪਾਇਆ ਜਿਸ ਤੋਂ ਜ਼ਾਹਰ ਹੋਵੇ ਵੀ ਇਹ ਰਾਜਾ ਹੈ। ਕਲੰਗੀ ਨਹੀਂ ਲਾਈ, ਕਲੰਗੀ ਜਿਹੜੀ ਜੇ ਕਲੰਗੀ ਲਾਈ ਹੁੰਦੀ ਤਾਂ ਉਹ ਇੱਕ ਸਿੰਬਲ ਹੋ ਜਾਣਾ ਸੀ ਵੀ ਇਹ ਆਪਣੇ ਆਪ ਨੂੰ ਰਾਜਾ ਸਮਝਦਾ, ਡਿਕਲੇਅਰ ਕੀਤਾ। ਹਾਂ, ਕਲੰਗੀ ਤਾਂ ਉਹ ਸਮਝਦਾ ਸੀ ਗੁਰੂ ਦੀ ਕਲੰਗੀ ਹੈ, ਮੇਰੀ ਆਪਣੀ ਕੋਈ ਕਲੰਗੀ। ਔਰ ਦੇਖੋ ਬਿਹਤਰੀਨ ਕਿਸਮ ਦੇ ਘੋੜੇ ਦੁਨੀਆ ਦੇ ਵਿੱਚ ਜਿਹੜੇ ਉਹਨਾਂ ਕੋਲ ਸੀ, ਔਰ ਉਹ ਜਦੋਂ ਬਿਮਾਰ ਹੋਏ ਉਹ ਆਰਡਰ ਕਰਦੇ ਵੀ ਸਾਰੇ ਘੋੜੇ ਦਰਬਾਰ ਸਾਹਿਬ ਦੇ ਵਿੱਚ ਚਲੇ ਜਾਣ। ਜੀ ਦੇਖੋ ਕਿੱਡਾ ਬੜਾ ਇਨਸਾਨ ਹੈ। 3 ਵਾਰੀ ਉਸ ਦੇ ਉੱਤੇ ਅਸੈਸੀਨੇਸ਼ਨ ਦੀ ਅਟੈਂਪਟ ਹੋਈ, ਉਹਨੂੰ ਮਾਰਨ ਦੀ, ਕਤਲ ਕਰਨ ਦੀ ਕੋਸ਼ਿਸ਼ ਕੀਤੀ, ਅੱਡ ਟਾਈਮ ਤੇ ਅੱਡ ਲੋਕਾਂ ਨੇ। ਉਹ ਬੰਦੇ ਫੜੇ ਗਏ ਜੀ, ਉਹ ਇਤਨੀ ਤਾਕਤ ਉਸ ਬੰਦੇ ਦੀ ਕਿ ਉਹਨਾਂ ਦਾ ਕਚੁੰਬਰ ਕੱਢਿਆ ਜਾ ਸਕਦਾ ਸੀ, ਬਿਲਕੁਲ ਉਹਨਾਂ ਦਾ ਪਰਿਵਾਰਾਂ ਦੇ ਪਰਿਵਾਰ ਨਾਸ਼ ਕੀਤੇ ਜਾ ਸਕਦੇ ਸੀ। ਪਰ ਇਸ ਨੇ ਉਹ ਨਹੀਂ ਕਿਹਾ, ਉਹਨੇ ਕਿਹਾ ਉਹਨਾਂ ਨੂੰ ਮਾਫ ਕਰ ਦਿਓ। ਇੱਕ ਰਾਜ ਦੁਨੀਆ ਦੇ ਵਿੱਚ ਹੋਇਆ ਜਿਸ ਦੇ ਵਿੱਚ ਕਿਸੇ ਨੂੰ ਫਾਂਸੀ ਨਹੀਂ ਲੱਗੀ, ਡੈਥ ਪੈਨਲਟੀ ਨਹੀਂ ਲੱਗੀ। ਉਹ ਰਣਜੀਤ ਸਿੰਘ ਦਾ ਪੀਰੀਅਡ ਆ। ਉਹ ਰਣਜੀਤ ਸਿੰਘ ਕੋਲ ਕਿੰਨੀ ਤਾਕਤ ਸੀ ਉਸ ਦਾ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ। ਕੋਈ ਪੁੱਛਣ ਵਾਲਾ ਥੋੜੋ ਸੀ, ਕੋਈ ਸਵਾਲ ਕਰਨ ਵਾਲਾ ਥੋੜੋ ਸੀ, ਪਰ ਉਹ ਆਪਣੇ ਆਪ ਦੇ ਵਿੱਚ ਇਸ ਕਿਸਮ ਦਾ ਇਨਸਾਨ ਸੀ ਕਿ ਉਹ ਸਮਝਦਾ ਸੀ ਕਿ ਜਾਨ ਤਾਂ ਰੱਬ ਨੇ ਦਿੱਤੀ ਹੈ, ਤਾਂ ਜਾਨ ਲੈਣ ਦਾ ਵੀ ਹੱਕ ਰੱਬ ਦਾ ਹੀ ਹੈ, ਇਨਸਾਨ ਦਾ ਨਹੀਂ ਹੈ। ਤਾਂ ਇਹ ਇਸੇ ਤਰੀਕੇ ਨਾਲ ਹੁਣ ਮੈਂ ਤੁਹਾਨੂੰ ਕੀ ਦੱਸਾਂ, ਡਿਸਕਵਰੀ ਆਫ ਇੰਡੀਆ ਪੰਡਿਤ ਜਵਾਹਰ ਲਾਲ ਨਹਿਰੂ ਦੀ ਲਿਖੀ ਹੋਈ ਕਿਤਾਬ ਆ, ਉਸ ਦੇ ਵਿੱਚ ਉਹ ਬਿਆਨ ਕਰਦਾ ਹਿੰਦੂਆਂ ਦੀ ਗੱਲ, ਜਦੋਂ ਰਣਜੀਤ ਸਿੰਘ ਤੇ ਗੱਲ ਆਉਂਦੀ ਆ ਜੀ ਉਹ ਰੁਕ ਜਾਂਦਾ। ਔਰ ਉਸ ਦੇ ਵਿੱਚ ਉਹ ਲਿਖਦਾ ਵੀ ਉਸ ਵੇਲੇ ਇੰਗਲੈਂਡ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਰੂਲ ਆਫ ਲਾਅ ਦੀ ਮਾਂ ਜੀ, ਸਾਤੋਂ ਰੂਲ ਆਫ ਲਾਅ ਦੁਨੀਆ ਦੇ ਵਿੱਚ ਗਿਆ। ਉਸ ਰੂਲ ਆਫ ਲਾਅ ਦੇ ਵਿੱਚ ਕੀ ਹੋ ਰਿਹਾ ਸੀ ਇੰਗਲੈਂਡ ਦੇ ਵਿੱਚ ਉਸ ਵੇਲੇ? ਇੱਕ ਇਨਇਕੁਐਲਿਟੀ ਸੀ ਬਿਟਵੀਨ ਮੈਨ ਐਂਡ ਵੀਮਨ। ਰਿਚ ਤੇ ਜਿਹੜਾ ਪੂਰ ਸੀ ਉਸ ਦੇ ਵਿੱਚ ਬੜਾ ਅੰਤਰ ਸੀ। ਤਾਂ ਇੱਕ ਹੋਰ ਬੜੀ ਗੱਲ ਸੀ ਉੱਥੇ ਕਿ ਛੋਟੇ ਕ੍ਰਾਈਮਸ ਲਈ ਉਹਨੂੰ ਅੰਗਰੇਜ਼ੀ ਚ ਪਿਲਫਰਰਸ ਕਹਿੰਦੇ ਆ, ਵੀ ਕਿਸੇ ਦਾ ਬਟੂਆ ਚੱਕ ਲਿਆ, ਕਿਸੇ ਦਾ ਕੋਈ ਛੋਟੀ ਜਿਹੀ ਹੋਰ ਚੀਜ਼ ਚੋਰੀ ਕਰ ਲਈ, ਉਸ ਦੇ ਉੱਤੇ ਕਿਹੜੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ? ਕਿਸੇ ਦਾ ਨੱਕ ਕੱਟ ਲਓ, ਕਿਸੇ ਦਾ ਕੰਨ ਕੱਟ ਦਿਓ, ਕਿਸੇ ਦੇ ਹੱਥ ਕੱਟ ਦਿਓ, ਕਿਸੇ ਦੀ ਜ਼ਬਾਨ ਕੱਟ ਦਿਓ। ਇਹ ਇੰਗਲੈਂਡ ਚ ਹੁੰਦਾ ਸੀ, ਜਿਹੜੇ ਆਪਣੇ ਆਪ ਨੂੰ ਰੂਲ ਆਫ ਲਾਅ ਦੀ ਗੱਲ ਕਰਦੇ ਆ। ਔਰ ਉਸ ਦੇ ਉੱਤੇ
ਜਿਹੜਾ ਹੈਗਾ ਪੰਡਿਤ ਜਵਾਹਰ ਲਾਲ ਨਹਿਰੂ ਕਹਿ ਰਿਹਾ ਵੀ ਇਤਨੀ ਤਾਕਤ ਦਾ ਮਾਲਕ, ਇਤਨੀ ਸਟਰੋਂਗ ਫੌਜ ਉਸ ਦੀ ਕਮਾਂਡ ਦੇ ਵਿੱਚ ਹੋਵੇ ਔਰ ਕਿਸੇ ਬੰਦੇ ਨੂੰ ਇਸ ਕਿਸਮ ਦੀ ਸਜ਼ਾ ਹੀ ਨਾ ਦਿੱਤੀ ਗਈ ਹੋਵੇ। ਉਸ ਵੇਲੇ ਵੀ ਚੋਰੀਆਂ ਜ਼ਰੂਰ ਹੋਈਆਂ ਹੋਣਗੀਆਂ, ਬਿਲਕੁਲ ਹੈ ਨਾ ਜੀ। ਤਾਂ ਪਰ ਬਾਵਜੂਦ ਇਸ ਗੱਲ ਦੇ ਰਣਜੀਤ ਸਿੰਘ ਨੇ ਉਹ ਇਸ ਕਿਸਮ ਦੀਆਂ ਸਜ਼ਾਵਾਂ ਨਹੀਂ ਦਿੱਤੀਆਂ, ਪਰ ਲੋਕਾਂ ਦਾ ਪਿਆਰ, ਲੋਕਾਂ ਦਾ ਮਤਲਬ ਜੋ ਕੌਨਫੀਡੈਂਸ ਸੀ ਉਹ ਵਿਨ ਓਵਰ ਕੀਤਾ ਰਣਜੀਤ ਸਿੰਘ ਨੇ। ਔਰ ਇਸੇ ਤਰੀਕੇ ਦੀ ਹੁਣ ਤੁਸੀਂ ਦੇਖੋ, ਰਣਜੀਤ ਸਿੰਘ ਨੇ ਇੱਕ ਫਰਮਾਨ ਜਾਰੀ ਕੀਤਾ ਜੀ, ਜਿਹੜਾ ਫਰਮਾਨ ਐਡਰੈਸਡ ਆ ਲਾਹੌਰ ਦੇ ਕੋਤਵਾਲ ਨੂੰ, ਜਿਹੜਾ ਕਿ ਇੱਕ ਮੁਸਲਮਾਨ ਸੀਗਾ ਜੀ। ਕੀ ਹੈ ਜੀ ਉਹ ਕਹਿ ਰਿਹਾ ਵੀ ਕੋਤਵਾਲ ਸਾਹਿਬ, ਜੇ ਮੇਰੇ ਪਰਿਵਾਰ ਦਾ ਕੋਈ ਆਦਮੀ ਕਿਸੇ ਕਿਸਮ ਦੀ ਕਾਨੂੰਨੀ ਕੁਤਾਹੀ ਕਰਦਾ ਹੈ ਜੀ, ਉਸ ਨੂੰ ਉਹ ਸਜ਼ਾਵਾਂ ਦਿੱਤੀਆਂ ਜਾਣ ਜਿਹੜੀਆਂ ਕਿ ਆਮ ਆਦਮੀ ਨੂੰ ਦਿੱਤੀਆਂ ਜਾਂਦੀਆਂ। ਇਹ ਮਹਾਰਾਜਾ ਸਾਹਿਬ ਨੇ ਇਦਾਂ ਮਹਾਰਾਜਾ ਸਾਹਿਬ ਨੇ ਉਸ ਨੂੰ ਹੁਕਮ ਦਿੱਤਾ। ਇਹ ਰੋਜ਼ਨਾਮਚੇ ਦੇ ਵਿੱਚ ਲਿਖੀਆਂ ਹੋਈਆਂ ਚੀਜ਼ਾਂ ਜੀ, ਹਰ ਹਰ ਚੀਜ਼ ਦੀ ਛੋਟੀ ਤੋਂ ਛੋਟੀ ਜਿਹੜੀ ਐਕਟੀਵਿਟੀ ਸੀ ਉਹ ਰਿਕਾਰਡ ਹੁੰਦੀ ਸੀਗੀ ਜੀ ਜੀ, ਉਸ ਨੂੰ ਰੋਜ਼ਨਾਮਚਾ ਕਹਿੰਦੇ ਸੀ। ਔਰ ਉਹ ਸਾਰਾ ਇਸ ਵੇਲੇ ਸਾਡੇ ਕੋਲ ਇਤਿਹਾਸ ਦੇ ਵਿੱਚ ਇੱਕ ਸਰੋਤ ਆ ਬਹੁਤ ਵੱਡੇ ਜੀ। ਤੋਂ ਉਸ ਤੋਂ ਇਲਾਵਾ ਉਹਨਾਂ ਨੇ ਕੀ ਕਿਹਾ, ਦੂਸਰੀ ਇੰਪੋਰਟੈਂਟ ਗੱਲ ਵੀ ਕੋਤਵਾਲ ਸਾਹਿਬ, ਅਗਰ ਮੇਤੋਂ ਕੋਈ ਕਿਸੇ ਕਿਸਮ ਦੀ ਕਾਨੂੰਨੀ ਕੁਤਾਹੀ ਹੋ ਜਾਵੇ ਜੀ, ਜਾਣੇ ਅਣਜਾਣੇ, ਤਾਂ ਮੈਨੂੰ ਫੌਰਨ ਦੱਸਿਆ ਜਾਵੇ ਤਾਂ ਕਿ ਮੈਂ ਉਸ ਗੱਲ ਨੂੰ ਠੀਕ ਕਰ ਸਕਾਂ ਜੀ। ਅੱਜ ਦੇਖੋ ਕਿਹੋ ਜਿਹੀ ਡੈਮੋਕ੍ਰੇਸੀਜ਼ ਆ ਦੁਨੀਆ ਦੇ ਵਿੱਚ। ਕਹਿੰਦੇ ਅਸੀਂ ਡੈਮੋਕ੍ਰੈਟਿਕ ਰੂਲਰ ਆ, ਆਪਣੇ ਆਪ ਨੂੰ ਤਾਂ ਕਹਿੰਦੇ ਨਹੀਂ ਸਾਤੋਂ ਤਾਂ ਗਲਤੀ ਹੋਈ ਨਹੀਂ ਸਕਦੀ, ਲੇਕਿਨ ਕਿੱਡਾ ਮਹਾਨ ਇਨਸਾਨ ਹੈ ਜੀ, ਕਿੱਡੀ ਉੱਚੀ ਦ੍ਰਿਸ਼ਟੀ ਵਾਲਾ ਇਨਸਾਨ ਆ, ਕਿਤਨੀ ਉਸ ਦੀ ਬੜੀ ਵੱਡੀ ਸੋਚ ਆ, ਕਿਤਨਾ ਉਹ ਇਨਸਾਨੀਅਤ ਨੂੰ ਸਮਰਪਿਤ ਆ, ਰੂਲ ਆਫ ਲਾ ਨੂੰ ਸਮਰਪਿਤ ਹੈ, ਆਪਣੇ ਆਪ ਨੂੰ ਅਧੀਨ ਕਰ ਰਿਹਾ ਕਾਨੂੰਨ ਦੇ। ਅੱਜ ਜਿਹੜਾ ਕੋਈ ਵੀ ਰੂਲਰ ਹੈ ਜਾਂ ਪਹਿਲਾਂ ਜਿੰਨੇ ਵੀ ਰੂਲਰ ਇਸ ਦੁਨੀਆ ਦੇ ਵਿੱਚ ਹੋਇਆ, ਉਹਨਾਂ ਨੇ ਆਪਣੇ ਆਪ ਨੂੰ ਕਾਨੂੰਨ ਦੇ ਅਧੀਨ ਨਹੀਂ ਕੀਤਾ। ਇੱਕੋ ਇਨਸਾਨ ਦੁਨੀਆ ਦੇ ਵਿੱਚ ਹੋਇਆ ਰਣਜੀਤ ਸਿੰਘ, ਜਿਸ ਦੇ ਕੋਲ ਇਤਨੀ ਅਨਲਿਮਿਟਿਡ ਤਾਕਤ ਸੀ ਕਿ ਕੁਝ ਵੀ ਕੁਝ ਕਰ ਸਕਦਾ ਸੀ, ਪਰ ਉਸਨੇ ਉਸ ਚੀਜ਼ ਨੂੰ ਮਿਸਯੂਜ਼ ਨਹੀਂ ਕੀਤਾ, ਬਲਕਿ ਉਸ ਨੂੰ ਪ੍ਰੋਪਰਲੀ ਯੂਜ਼ ਕਰਕੇ ਆਪਣੇ ਆਪ ਨੂੰ ਕਾਨੂੰਨ ਦੇ ਅਧੀਨ ਕੀਤਾ ਜੀ। ਇਹ ਗੱਲ ਆਪਣੇ ਆਪ ਦੇ ਵਿੱਚ ਬਹੁਤ ਹੀ ਵੱਡੀ ਗੱਲ ਹੈ, ਬਹੁਤ ਹੀ ਵਿਲੱਖਣ ਗੱਲ ਹੈ, ਬਹੁਤ ਹੀ ਯੂਨੀਕ ਗੱਲ ਹੈ। ਤੋਂ ਇਹ ਸਾਰੀਆਂ ਚੀਜ਼ਾਂ ਦੱਸਦੀਆਂ, ਜੇ ਫਰਜ਼ ਕਰੋ ਦੇਖੋ ਕਿਸ ਤਰ੍ਹਾਂ ਦੀ ਗੱਲ, ਜਿਹਨਾਂ ਲੋਕਾਂ ਨੇ ਉਸ ਤੇ ਅਟੈਂਪਟ ਕੀਤੀ ਉਹਨੂੰ ਅਸੈਸੀਨੇਟ ਕਰਨ ਦੀ, ਤਾਂ ਰਣਜੀਤ ਸਿੰਘ ਨੇ ਕਿਹਾ ਵੀ ਉਹਨਾਂ ਨੂੰ ਬੁਲਾਓ, ਉਹਨਾਂ ਨੂੰ ਮਾਫ ਕਰ ਦਿਓ। ਇਸੇ ਤਰੀਕੇ ਨਾਲ ਕਹਾਣੀਆਂ ਬਹੁਤ ਰਣਜੀਤ ਸਿੰਘ ਦੀ ਜ਼ਿੰਦਗੀ ਦੀਆਂ ਬੜੀਆਂ ਦਿਲਚਸਪ ਕਹਾਣੀਆਂ। ਕਿਸੇ ਜਗ੍ਹਾ ਬੈਠੇ ਸੀ ਆਪਣੇ ਮਹਿਲ ਦੇ ਵਿੱਚ, ਤਾਂ ਬਾਹਰੋਂ ਕੋਈ ਬੇਰੀ ਸੀ, ਬੱਚੇ ਬੇਰ ਤੋੜ ਰਹੇ ਸੀ ਡਲੀਆਂ ਮਾਰ ਕੇ, ਤਾਂ ਇੱਕ ਡਲੀ ਮਹਾਰਾਜਾ ਰਣਜੀਤ ਸਿੰਘ ਦੇ ਲੱਗ ਗਈ ਜੀ। ਤਾਂ ਜਿਹੜੇ ਫੌਜੀ ਸੀ ਸਿਕਿਉਰਿਟੀ ਵਾਲੇ, ਉਹਨਾਂ ਨੇ ਫੌਰਨ ਜਾ ਕੇ ਬੱਚਿਆਂ ਨੂੰ ਫੜ ਕੇ ਮਹਾਰਾਜਾ ਅੱਗੇ ਪੇਸ਼ ਕਰ ਦਿੱਤਾ। ਤਾਂ ਮਹਾਰਾਜਾ ਸਾਹਿਬ ਕਹਿਣ ਲੱਗੇ ਖਜ਼ਾਨਚੀ ਨੂੰ ਬੁਲਾਓ, ਔਰ ਖਜ਼ਾਨਚੀ ਨੂੰ ਹੁਕਮ ਦਿੱਤਾ ਵੀ ਇਹਨਾਂ ਨੂੰ ਮੋਹਰਾਂ ਦੇ ਦਿਓ ਜੀ। ਤਾਂ ਉਹ ਪੁੱਛਣ ਲੱਗੇ ਲੋਕ, ਜਿਹੜੇ ਉਹਨਾਂ ਦੇ ਜੋ ਆਫੀਸਰ ਸੀ, ਕਿ ਮਹਾਰਾਜ ਇਹ ਕੀ ਕਰ ਰਹੇ ਹੋ? ਉਹ ਕਹਿੰਦਾ ਵੀ ਜੇ ਬੇਰੀ ਤੇ ਰੋੜੀਆਂ ਮਾਰਦੇ ਤਾਂ ਉਹਨਾਂ ਨੂੰ ਬੇਰ ਮਿਲਦੇ ਜੀ। ਮੈਂ ਤਾਂ ਰਾਜਾ, ਮੈਂ ਰੂਲਰ ਆ, ਮੈਂ ਸੋਵਰਨ ਆ, ਤਾਂ ਮੇਰੇ ਜੇ ਡੋਲੀ ਲੱਗੀ ਆ ਤਾਂ ਮੈਂ ਤਾਂ ਇਹਨਾਂ ਨੂੰ ਮੋਹਰਾਂ ਹੀ ਦਊਂਗਾ ਜੀ। ਤਾਂ ਇਸ ਕਿਸਮ ਦੀ ਸ਼ਖਸੀਅਤ ਦਾ ਮਾਲਕ ਸੀ ਉਹ, ਇਸ ਕਿਸਮ ਦੀ ਉਸ ਦੇ ਵਿੱਚ ਨਿਮਰਤਾ ਸੀ, ਇਸ ਕਿਸਮ ਦੀ ਸਮਰਪਿਤਾ ਸੀ, ਇਸ ਕਿਸਮ ਦੀ ਇਨਸਾਨੀਅਤ ਸੀ ਉਸ ਦੇ ਕੋਲ। ਮੈਂ ਤੁਹਾਨੂੰ ਇੱਕ ਚੀਜ਼ ਹੋਰ ਪੁੱਛਣੀ ਚਾਹੁੰਦਾ ਵੀ ਮਹਾਰਾਜਾ ਰਣਜੀਤ ਸਿੰਘ ਆਪ ਤਾਂ ਕਹਿ ਜਾਂਦਾ ਕਿ ਉਹ ਅਨਪੜ੍ਹ ਸੀ, ਅੰਗੂਠਾ ਛਾਪ ਸੀ, ਲੇਕਿਨ ਉਸ ਜ਼ਮਾਨੇ ਦੇ ਵਿੱਚ ਐਜੂਕੇਸ਼ਨ ਦਾ ਕੀ ਹਾਲ ਸੀ? ਦੇਖੋ ਜੀ, ਉਸ ਵੇਲੇ ਬੈਸਟ ਆਫ ਦੀ ਐਜੂਕੇਸ਼ਨ ਸੀ ਅੰਗਰੇਜ਼ਾਂ ਤੇ ਆਉਣ ਤੋਂ ਪਹਿਲਾਂ, ਲੇਕਿਨ ਅੰਗਰੇਜ਼ਾਂ ਨੇ ਉਸ ਐਜੂਕੇਸ਼ਨ ਨੂੰ ਖਤਮ ਕੀਤਾ ਜੀ। ਔਰ ਮੈਂ ਤੁਹਾਨੂੰ ਹੋਰ ਵੀ ਦੱਸਾਂ, ਰਣਜੀਤ ਸਿੰਘ ਦੇ ਟਾਈਮ ਦੇ ਵਿੱਚ ਇੱਕ ਰਿਸਰਚ ਹੁੰਦੀ ਸੀ ਵੀ ਕਿਸ ਕਿਸਮ ਦੇ ਵੈਪਨ ਤਿਆਰ ਕਰਨੇ ਜੀ, ਔਰ ਉਹ ਇਸ ਕਿਸਮ ਦੀਆਂ ਉਸ ਦੇ ਕੋਲ ਤੋਪਾਂ ਸੀ ਜਿਹੜੀਆਂ ਅੰਗਰੇਜ਼ਾਂ ਦੇ ਕੋਲ ਵੀ ਨਹੀਂ ਸੀਗੀ ਜੀ। ਤੋਂ ਉਸ ਦੇ ਕੋਲ ਹਰ ਕਿਸਮ ਦਾ ਮਿਲਟਰੀ ਪੋਟੈਂਸ਼ੀਅਲ ਵੀ ਸੀ, ਹਰ ਕਿਸਮ ਦੀ ਉਸ ਦੇ ਕੋਲ ਤਾਕਤ ਸੀ, ਹਰ ਕਿਸਮ ਦੇ ਉਸ ਦੇ ਕੋਲ ਸਾਧਨ ਸੀ। ਬਾਵਜੂਦ ਇਹਨਾਂ ਸਾਰੀਆਂ ਚੀਜ਼ਾਂ ਦੇ ਉਸ ਨੇ ਉਹ ਹੰਬਲ ਰਿਹਾ, ਉਸ ਨੇ ਆਪਣੀ ਜਿਹੜੀ ਹਿਊਮਿਲਿਟੀ ਹੈ ਉਸ ਨੂੰ ਸੈਕਰੀਫਾਈਸ ਨਹੀਂ ਕੀਤਾ। ਤੋਂ ਹੁਣ ਮਤਲਬ ਗੱਲ ਇਹ ਹੈ ਵੀ ਇਕੱਲੀ ਮਤਲਬ ਬੰਦਾ ਇਹ ਕਹੇ ਵੀ ਮੈਂ ਬੜਪਨ ਹੋ ਜੂ, ਵੀ ਕੰਕਰ ਕਰਕੇ, ਕੰਕਰਰ ਤਾਂ ਸੀਗਾ ਹੀ ਸੀਗਾ, ਉਹ ਵੀ ਗੁਰੂ ਦੀ ਰਹਿਮਤ ਦੇ ਨਾਲ, ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ, ਲੇਕਿਨ ਉਸ ਤੋਂ ਇਲਾਵਾ ਵੀ ਜੇ ਕਿਸੇ ਵੇਲੇ
ਕੋਈ ਕ੍ਰਾਈਸਿਸ ਆ ਗਿਆ, ਕਾਲ ਪੈ ਗਿਆ, ਫਾਰਮਰਸ ਤੋਂ ਕੋਈ ਚੀਜ਼ ਨਹੀਂ ਹੋਈ, ਉਸੇ ਵੇਲੇ ਉਸਨੇ ਹੁਕਮਨਾਮਾ ਜਾਰੀ ਕਰਕੇ ਕਹਿਤਾ, ਫਰਮਾਨ ਜਾਰੀ ਕਰਕੇ ਕਹਿਤਾ ਵੀ ਕਿਸਾਨਾਂ ਤੋਂ ਕਿਸੇ ਕਿਸਮ ਦਾ ਮਾਲੀਆ ਨਾ ਲਿੱਤਾ ਜਾਵੇ ਜੀ, ਜਾਂ ਉਹਨਾਂ ਨੂੰ ਇਸ ਕਿਸਮ ਦੇ ਕੰਸੈਸ਼ਨ ਦਿੱਤੇ ਜਾਣ। तो उस वेले देखो इस किस्म की सिक्योरिटी उसने पैदा की पंजाब दे विच जी, अपने राज दे विच। कहा जाता कि औरत पूरे गहने पा के एक जगह तो दूसरी जगह आराम नाल अपने आप नूं सेफ समझ के जा सकती सी। किसी ते किसी किस्म का कोई धक्का, किसी ते किसी किस्म की कोई जोरा जरबी, किसी ते किसी किस्म का कोई जुल्मो सितम नहीं सी हो सकता। नाले उस जमाने च औरतां निकलदियां घट सी, हाँ निकलदियां घट सी। पर मैं होर भी तुहानूं दसां, किसी एक बंदे नूं मजबूर नहीं किया गया जी कि तू भाई अपना धर्म तब्दील कर ला जी, क्योंकि गुरु का आदेश सी। गुरु ने इसे करके शहादतां दित्तियां नौवें पातशाह ने भी हर मनुख का एक हक है जी कि अपनियां धार्मिक रस्मों रिवाजां राहीं अपने धर्म नूं, अपनियां रौह रीतां नूं मना सके जी। तो इसे करके उस पीरियड दे विच 40 साल दे विच किसी एक मुसलमान नूं या नॉन सिख नूं मजबूर नहीं किया गया भी तू अपना धर्म तब्दील करके सिख बन जा जी, क्योंकि वह समझदा सी कि मनुख दी अपनियां भावनावां हन, मनुख दी अपनी धार्मिक आज़ादी है, जिहड़ी आज़ादी नूं मानना चाहिदा। इस तो अलावा एक आदमी देखो ग्रांट्स दित्तियां गईयां रणजीत सिंह दे पीरियड दे विच, बहुत वड्डियां वड्डियां ग्रांट्स दरबार साहब दे उत्ते सोना लाया गया। इसे तरीके नाल ज्वाला दा जिहड़ा मंदिर आ उस दे उत्ते भी, हिंदू मंदिरां नूं भी इसे तरीके नाल बहुत वड्डियां ग्रांटां दित्तियां गईयां। मुसलमानां दियां मस्जिदां जिहड़ी एक लाहौर दे विच मस्जिद सी, बड़ी सुनहरी मस्जिद उसनूं कहंदे सी, उस दी रिपेयर होण वाली सी। उन्होंने रणजीत सिंह ने अपने सरकारी खर्चे दे उत्ते उसकी रिपेयर कराई जी। और कितने कितने देखो उन्होंने वजीर जिहड़े सी, फॉरेन मिनिस्टर सी, वो मुसलमान सीगे। तो बावजूद इस उन्होंने अपने धर्म दे विच अपनियां जो रौह रीतां उन्होंने कंप्लीट फ्रीडम सी। इसे तरीके नाल बाहरों आए हुए सी, वो क्रिश्चियन सी, वो अपने धर्म जिहड़ियां धार्मिक रौह रीतां वो मना सकदे सी। हिंदुआं दी भावनावां नूं कंसीडर करके यह हुक्म किया गया भी कोई किसी किस्म की गौ नूं नहीं, कोई हत्या नहीं होएगी, गौ नूं मारिया नहीं जाएगा। हालांकि जिहड़े मुसलमान सी या दूसरे जिहड़े ईसाई लोग सी वो तो गौ का मांस खांदे आ, पर बावजूद क्योंकि जिहड़ियां हिंदुआं दी भावनावां सी उस गल दे नाल जुड़ियां, इस करके हुक्मनामा जारी किया गया, फरमान जारी किया गया भी कोई सारे राज दे विच किसी किस्म की कोई गौ हत्या नहीं होएगी, क्योंकि हिंदुओं दी भावनावां उस दे नाल हर्ट हुंदियां सी। तो कितना बड़ा अंपायर, और तुसी हैरान होंगे इस किस्म के क्रॉनिकलर्स जिहड़े उन्हां नूं मिले उस वेले, उन्होंने लिखा 12,000 पिंड सी जी। एक पिंड दा उन्हां नूं टॉपोग्राफी दा पता सी रणजीत सिंह नूं जी। ਉਹਦੇ ਚ ਕਿਹੜੇ ਸਿਰਕਟ ਬੰਦੇ ਆ ਉਹਨਾਂ ਦੇ ਨਾਂ ਉਹਨਾਂ ਨੂੰ ਯਾਦ ਸੀ। ਉਹ ਇਸ ਕਿਸਮ ਦਾ ਐਨਸਾਈਕਲੋਪੀਡੀਆ ਸੀ। ਚਾਹੇ ਪੜ੍ਹਾਈ ਨਹੀਂ ਕੀਤੀ ਪਰ ਪੜ੍ਹਾਈ ਨਾ ਕਰਨ ਦੇ ਬਾਵਜੂਦ ਵੀ ਕੁਦਰਤ ਨੇ ਇਸ ਕਿਸਮ ਦੀ ਯਾਦਾਸ਼ਤ, ਇਸ ਕਿਸਮ ਦਾ ਦਿਮਾਗ ਦਿੱਤਾ ਸੀ ਕਿ ਉਹਨਾਂ ਨੂੰ ਹਰ ਚੀਜ਼ ਯਾਦ ਸੀ। ਇੱਕ ਵਾਰੀ ਕੀ ਹੋਇਆ, ਕੋਈ ਕੈਲੀਗ੍ਰਾਫਿਸਟ ਕਹਿੰਦੇ ਜਿਹੜਾ ਖੁਸ਼ਖੱਤੀ ਨਾਲ ਲਿਖਦੇ ਆ, ਉਸਨੇ ਕਈ ਸਾਲ ਲਾ ਕੇ ਕੁਰਾਨ ਲਿਖਿਆ ਜੀ। ਕੁਰਾਨ ਲਿਖਣ ਤੋਂ ਬਾਅਦ ਉਸਨੇ ਕੀ ਕੀਤਾ, ਆਪਣੇ ਸਿਰ ਤੇ ਜਾ ਕੇ ਉਹਨੇ ਕਿਹਾ ਵੀ ਮੈਂ ਨਿਜ਼ਾਮ ਹੈਦਰਾਬਾਦ ਜਿਹੜਾ ਮੁਸਲਮਾਨ ਸੀ ਸਾਊਥ ਇੰਡੀਆ ਦੇ ਵਿੱਚ, ਵੀ ਮੈਂ ਉਹਨੂੰ ਜਾ ਕੇ ਪ੍ਰੈਜ਼ੈਂਟ ਕਰਾਂ, ਉਹ ਮੈਨੂੰ ਇਸ ਦਾ ਮੁੱਲ ਦੇਵੇਗਾ ਤੇ ਇਹ ਤਾਂ ਸਿੱਖ ਰੂਲਰ ਹੈ। ਪਰ ਰਣਜੀਤ ਸਿੰਘ ਨੂੰ ਪਤਾ ਲੱਗ ਗਿਆ, ਉਸਨੇ ਉਸੇ ਵੇਲੇ ਉਸ ਬੰਦੇ ਨੂੰ ਬੁਲਾਇਆ ਔਰ ਉਸ ਬੰਦੇ ਨੂੰ ਕਹਿਣ ਲੱਗਿਆ, ਆਪਣੇ ਖਜ਼ਾਨਚੀ ਨੂੰ ਹੁਕਮ ਦਿੱਤਾ, ਫਾਈਨੈਂਸ ਮਿਨਿਸਟਰ ਨੂੰ, ਵੀ ਤੁਸੀਂ ਇਸ ਨੂੰ 1 ਲੱਖ ਰੁਪਈਆ ਦਿਓ। ਉਸ ਜ਼ਮਾਨੇ ਵਿੱਚ 1 ਲੱਖ ਰੁਪਈਆ ਦੇ ਕੇ ਉਸ ਨੂੰ ਪੂਰੀ ਉਸ ਦੀ ਤਸੱਲੀ ਤੇ ਉਸ ਨੂੰ ਖੁਸ਼ ਕੀਤਾ ਜਿਹੜਾ ਕੈਲੀਗ੍ਰਾਫਿਸਟ ਸੀ, ਲਿਖਣ ਵਾਲਾ ਸੀ। ਔਰ ਉਸੇ ਸਤਿਕਾਰ ਦੇ ਨਾਲ, ਉਸੇ ਮਾਣ ਦੇ ਨਾਲ, ਉਸੇ ਇੱਜ਼ਤ ਦੇ ਨਾਲ ਕੁਰਾਨ ਸ਼ਰੀਫ ਨੂੰ ਆਪਣੇ ਤੋਸ਼ੇਖਾਨੇ ਦੇ ਵਿੱਚ ਰੱਖਿਆ ਜਿਸ ਕਿਸਮ ਦੀ ਉਹ ਡਿਜ਼ਰਵ ਕਰਦਾ ਸੀ। ਤੋ ਚਾਹੇ ਤਾਂ ਹਿੰਦੂਆਂ ਦੀਆਂ ਭਾਵਨਾਵਾਂ, ਚਾਹੇ ਮੁਸਲਮਾਨਾਂ ਦੀਆਂ ਜਿਹਨੂੰ ਧਾਰਮਿਕ ਭਾਵਨਾਵਾਂ, ਈਸਾਈਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਉਸੇ ਕਿਸਮ ਦਾ ਸਤਿਕਾਰ ਦਿੱਤਾ ਗਿਆ। ਔਰ ਦੇਖੋ ਕਿੱਡੀ ਗੱਲ ਹੈ ਕਿ ਕਿਸੇ ਨਾਲ ਕਿਸੇ ਕਿਸਮ ਦਾ ਪੱਖਪਾਤ ਨਾਲ ਹਰ ਬੰਦੇ ਦੀ ਮੈਰਿਟ ਜਿਹੜੀ ਆ
ਉਸ ਨੂੰ ਐਕਨੋਲਜ ਕੀਤਾ ਗਿਆ। ਜੀ ਜਿਹੜਾ ਉਹ ਰਣਜੀਤ ਸਿੰਘ ਦੀ ਫੌਜ ਦਾ ਸਭ ਤੋਂ ਵੱਡਾ ਕਮਾਂਡਰ ਇਨ ਚੀਫ ਸੀ, ਉਹ ਮੋਹਕਮ ਚੰਦ ਸੀ, ਹਿੰਦੂ ਸੀ। ਇਸੇ ਤਰੀਕੇ ਦੇ ਨਾਲ ਜਿਹੜਾ ਫਾਈਨੈਂਸ ਮਿਨਿਸਟਰ ਸੀ ਉਹ ਵੀ ਹਿੰਦੂ ਸੀ। ਤੋਂ ਇਸੇ ਤਰੀਕੇ ਦੇ ਨਾਲ ਜਿਹੜਾ ਫੋਰਨ ਮਿਨਿਸਟਰ ਸੀ ਮੁਸਲਮਾਨ ਸੀ। ਤੋਂ ਜਿਹੜੇ ਬੜੇ ਬੜੇ ਜਰਨੈਲ ਵੀ ਜਿਹੜੇ ਸੀ ਉਹ ਵੀ ਨਾਨ ਸਿੱਖ ਸੀ। ਇੱਕੋ ਹਰੀ ਸਿੰਘ ਨਲਵਾ ਹੀ ਸੀ ਜਿਹੜਾ ਕਿ ਸਿੱਖ ਸੀ। ਤੋਂ ਇਸ ਕਿਸਮ ਦੇ ਕੋਈ ਮਤਲਬ ਕਿਸੇ ਦੀ ਮੈਰਿਟ ਨੂੰ ਇਸ ਕਰਕੇ ਨਹੀਂ ਰਿਜੈਕਟ ਕੀਤਾ ਗਿਆ ਕਿ ਉਹ ਨਾਨ ਸਿੱਖ ਹੈ। ਜੇ ਕੋਈ ਹਿੰਦੂ ਦੇ ਵਿੱਚ ਮੈਰਿਟ ਆ, ਕਿਸੇ ਵੱਡੀ ਪੋਜੀਸ਼ਨ ਦੇ ਲਈ ਉਹ ਪੋਜੀਸ਼ਨ ਉਸ ਨੂੰ ਦਿੱਤੀ ਗਈ। ਜੇ ਕਿਸੇ ਮੁਸਲਮਾਨ ਦੇ ਵਿੱਚ ਕੋਈ ਮੈਰਿਟ ਆ, ਉਸ ਨੂੰ ਉਹ ਪੋਜੀਸ਼ਨ ਦਿੱਤੀ ਗਈ। ਇਸੇ ਤਰੀਕੇ ਡੋਗਰਿਆਂ ਨੂੰ, ਜਿਹੜਾ ਚੀਫ ਮਿਨਿਸਟਰ ਸੀ ਰਣਜੀਤ ਸਿੰਘ ਦੇ ਰਾਜ ਦੇ ਵਿੱਚ, ਤੁਹਾਨੂੰ ਪਤਾ ਧਿਆਨ ਸਿੰਘ ਡੋਗਰਾ ਸੀ। ਜੀ ਜੀ ਜੀ। ਤੋਂ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਰਣਜੀਤ ਸਿੰਘ ਨੇ ਇੱਕ ਸਾਂਝੀਵਾਲਤਾ ਦਾ ਜਿਹੜਾ ਰਾਜ ਸੀ, ਕਨਸੈਪਟ ਸੀ, ਉਹ ਦੁਨੀਆ ਨੂੰ ਦਿੱਤਾ। ਸਰ ਮੈਂ ਤਾਂ ਉੱਤੇ ਇੱਕ ਆਖਰੀ ਗੱਲ ਪੁੱਛਣੀ ਆ ਹੁਣ। ਤੁਸੀਂ ਵਿੱਚ ਗੱਲ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਤੇ ਮਹਾਰਾਜਾ ਰਣਜੀਤ ਸਿੰਘ ਦੇ, ਉਸ ਗੱਲ ਦੇ ਉੱਪਰ ਥੋੜਾ ਜਿਹਾ ਦਰਸ਼ਕਾਂ ਉਹ ਮੈਂ ਦੱਸਣਾ ਚਾਹੁੰਦਾ। ਦੇਖੋ, ਜਦੋਂ ਸ਼ੁਰੂਆਤ ਹੋਈ ਤਾਂ ਰਣਜੀਤ ਸਿੰਘ ਦੀ ਇੱਕ ਐਂਬੀਸ਼ਨ ਸੀ ਕਿ ਸਾਰੀ ਜਿੱਥੇ ਸਿੱਖ ਪਾਪੂਲੇਸ਼ਨ ਆ ਉਹ ਮੇਰੇ ਰਾਜ ਦੇ ਵਿੱਚ ਆ ਜਾਵੇ। ਜੀ। ਤਾਂ ਸਤਲੁਜ ਦੇ ਇਧਰਲੇ ਪਾਸੇ ਇਹ ਫੁਲਕੀਆਂ ਸਟੇਟ ਸੀ, ਨਾਭਾ, ਜੀਂਦ, ਦੂਸਰਾ ਪਟਿਆਲਾ ਜਿਹੜਾ ਸੀ। ਤੋਂ ਪਰਲੇ ਪਾਸੇ ਸਤਲੁਜ ਤੋਂ ਬਾਹਰ ਤਾਂ ਇਹ ਸਟੇਟਾਂ ਨਹੀਂ ਸੀਗੀਆਂ। ਜੀ। ਤਾਂ ਉਹ 2 ਵਾਰੀ ਰਣਜੀਤ ਸਿੰਘ ਆਏ ਇੱਧਰ, ਉਹਨਾਂ ਨੇ ਕੁਝ ਇਲਾਕੇ ਜਿੱਤੇ, ਉਹਨਾਂ ਨੂੰ ਆਪਣੇ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ। ਜੀ। ਤਾਂ ਫਿਰ ਕੀ ਇਹਨਾਂ 'ਚ ਡਰ ਪੈਦਾ ਹੋ ਗਿਆ ਫੁਲਕੀਆਂ ਸਟੇਟਾਂ 'ਚ ਵੀ ਸਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਕੰਕਰ ਕਰਕੇ ਸਾਨੂੰ ਖਤਮ ਕਰ ਦੇਗਾ। ਜੀ। ਉਹ ਪਹਿਲਾਂ ਇਹ ਜਿਹੜੀਆਂ ਸਾਰੀਆਂ ਸਟੇਟਾਂ ਸੀਗੀਆਂ ਪਟਿਆਲਾ ਦੀ, ਇਹਨਾਂ ਦਾ ਤਾਂ ਇਤਿਹਾਸ ਬੜਾ ਮਾੜਾ ਇਤਿਹਾਸ ਆ। ਦੇਖੋ, ਆਲਾ ਸਿੰਘ ਨੇ ਫਾਊਂਡੇਸ਼ਨ ਕੀਤੀ ਸੀ, ਉਸ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਜਦੋਂ ਦੂਸਰਾ ਘੱਲੂਘਾਰਾ ਸੀ 1 ਲੱਖ ਰੁਪਏ ਦੀ ਖਿੱਲਤ ਦਿੱਤੀ ਸੀ। ਜੀ। ਤਾਂ ਆਪਣੀ ਜਾਨ ਬਚਾਈ ਸੀ। ਇਸੇ ਤਰੀਕੇ ਨਾਲ ਜਦੋਂ ਮਰਾਠਿਆਂ ਦੀ ਸ਼ਰਨ ਦੇ ਵਿੱਚ ਰਹੇ, ਫਿਰ ਇਸੇ ਤਰੀਕੇ ਨਾਲ ਅੰਗਰੇਜ਼ਾਂ ਦੀ ਸ਼ਰਨ ਇਹਨਾਂ ਨੇ ਮੰਗੀ, ਕਿਉਂਕਿ ਜਦੋਂ ਦਿੱਲੀ ਤੋਂ ਮਰਾਠਿਆਂ ਦਾ ਰਾਜ 1761 ਚ ਜਿਹੜੀ ਥਰਡ ਬੈਟਲ ਆਫ ਪਾਨੀਪਤ ਹੋਈ ਸੀ, ਮਰਾਠੇ ਹਾਰ ਗਏ। ਮਰਾਠੇ ਹਾਰਨ ਤੋਂ ਬਾਅਦ ਅੰਗਰੇਜ਼ ਉਸ ਜਗ੍ਹਾ ਆ ਗਏ, ਮਤਲਬ ਮਰਾਠੇ ਹਾਰ ਗਏ। ਅਹਿਮਦ ਸ਼ਾਹ ਅਬਦਾਲੀ ਵੀ ਆਉਂਦਾ ਰਿਹਾ, ਉਹਨੂੰ ਸਿੱਖਾਂ ਨੇ ਹਰਾ ਦਿੱਤਾ। ਤਾਂ ਉਸ ਤੋਂ ਬਾਅਦ ਅੰਗਰੇਜ਼ ਅੱਗੇ ਆ ਗਏ ਦਿੱਲੀ 'ਚ। ਤਾਂ ਇਹਨਾਂ ਸਾਰੀਆਂ ਸਟੇਟਾਂ ਨੇ ਇਕੱਠੇ ਹੋ ਕੇ ਮੈਮੋਰੰਡਮ ਦਿੱਤਾ ਅੰਗਰੇਜ਼ਾਂ ਨੂੰ ਵੀ ਸਾਡਾ ਇਤਿਹਾਸ ਇਹ ਆ ਵੀ ਸਾਨੂੰ ਪ੍ਰੋਟੈਕਸ਼ਨ ਪਹਿਲਾਂ ਮਰਾਠਿਆਂ ਨੇ ਦਿੱਤੀ ਸੀ, ਹੁਣ ਮਰਾਠੇ ਚਲੇ ਗਏ ਤਾਂ ਤੁਸੀਂ ਇੱਥੇ ਤਾਕਤ ਦੇ ਵਿੱਚ ਆ ਗਏ, ਤਾਂ ਤੁਸੀਂ ਸਾਨੂੰ ਮਤਲਬ ਇਸ ਜਗ੍ਹਾ ਪ੍ਰੋਟੈਕਸ਼ਨ ਦਿਓ ਰਣਜੀਤ ਸਿੰਘ ਦੇ ਖਿਲਾਫ। ਜੀ। ਤੋਂ ਉਸ ਤੋਂ ਬਾਅਦ ਟ੍ਰੀਟੀ ਆਫ ਅੰਮ੍ਰਿਤਸਰ 1809 ਦੇ ਵਿੱਚ ਸਾਈਨ ਹੋਈ। ਜੀ। ਜਿਸ ਦੇ ਮੁਤਾਬਕ ਜਿਹੜਾ ਸਤਲੁਜ ਦਰਿਆ ਸੀ ਇਹ ਬਾਉਂਡਰੀ ਮੰਨੀ ਗਈ। ਜੀ। ਦੇਖੋ ਕਿੱਡਾ ਬੜਾ ਐਮਪਾਇਰ ਸੀ ਰਣਜੀਤ ਸਿੰਘ ਦਾ, ਤੁਸੀਂ ਇਮੇਜਿਨ ਕਰੋ। ਆ ਸਤਲੁਜ ਤੋਂ ਪਾਰ ਦਾ ਇਲਾਕਾ, ਰੋਪੜ ਤੋਂ ਜਦੋਂ ਤੁਸੀਂ ਪਾਰ ਕਰਦੇ ਹੋ ਸਤਲੁਜ ਨੂੰ, ਇਸੇ ਤਰੀਕੇ ਲੁਧਿਆਣੇ ਤੋਂ ਜਦੋਂ ਤੁਸੀਂ ਕਰਦੇ ਹੋ, ਫਿਰੋਜ਼ਪੁਰ ਤੋਂ ਜਦੋਂ ਤੁਸੀਂ ਕਰਦੇ ਹੋ, ਉੱਥੋਂ ਲੈ ਕੇ ਸਾਰਾ ਅੱਜ ਦਾ ਪਾਕਿਸਤਾਨ, ਅੱਜ ਦਾ ਸਾਰਾ ਜੰਮੂ ਕਸ਼ਮੀਰ, ਜੀ, ਤੋਂ ਸਾਰੇ ਦਾ ਸਾਰਾ ਜਿਹੜਾ ਏਰੀਆ ਸੀ ਨਾਰਥ ਵੈਸਟਰਨ ਫਰੰਟੀਅਰ ਤੱਕ, ਸਿੰਧ ਤੱਕ, ਕਿੱਡਾ ਬੜਾ ਅੰਪਾਇਰ ਸੀ ਰਣਜੀਤ ਸਿੰਘ ਦਾ। ਪਰ ਰਣਜੀਤ ਸਿੰਘ ਦੇ ਮਨ ਦੇ ਵਿੱਚ ਕਿਸੇ ਕਿਸਮ ਦਾ ਕੋਈ ਹੰਕਾਰ, ਕੋਈ ਹਉਮੈ ਕਦੇ ਨਹੀਂ ਆਈ। ਉਹ ਗੱਲ ਫਿਰ ਵਿੱਚ ਹਾਂ, ਅੱਛਾ, ਉਹ ਫਿਰ ਇਹਨਾਂ ਨੇ ਮਤਲਬ ਰਣਜੀਤ ਸਿੰਘ ਦੇ ਨਾਲ ਮਿਲਣ ਦੀ ਬਜਾਏ ਅੰਗਰੇਜ਼ਾਂ ਦੀ ਸ਼ਰਨ ਦੇ ਹੇਠਾਂ ਆ ਕੇ ਰੋਏ। ਸਿੱਖ ਰਾਜ ਦੇ ਅੰਡਰ ਨਹੀਂ ਆਏ ਨਾ, ਸਿੱਖ ਰਾਜ ਨੂੰ ਇਹਨਾਂ ਨੇ ਕਬੂਲ ਨਹੀਂ ਕੀਤਾ। ਜੀ। ਤੋਂ ਇਹ ਹਮੇਸ਼ਾ ਹੀ ਹੁਣ ਤੱਕ ਵੀ ਅਮਰਿੰਦਰ ਸਿੰਘ ਦੀ ਇਸ ਕਿਸਮ ਦੀਆਂ ਹਰਕਤਾਂ, ਕਿੱਡਾ ਬੜਾ ਫੈਸਲਾ ਆਇਆ BBC ਦਾ। ਅਮਰਿੰਦਰ ਸਿੰਘ ਦੀ ਜਗ੍ਹਾ ਜੇ ਕੋਈ ਹੋਰ ਸਿੱਖ ਹੁੰਦਾ, ਸਿੱਖੀ ਦੀ ਉਹਦੇ ਚ ਭਾਵਨਾ ਹੁੰਦੀ, ਤਾਂ ਇਸ ਮੌਕੇ ਬੜਾ ਵਧੀਆ ਮੌਕਾ ਸੀ। ਇਸ ਮੌਕੇ ਦੇ ਉੱਤੇ ਇਸ ਬਹੁਤ ਵੱਡੀਆਂ ਫੰਕਸ਼ਨ ਕਰਨੇ ਚਾਹੀਦੇ ਸੀ, ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਚਾਹੀਦਾ ਸੀ। ਤੋਂ ਪਰ ਰਣਜੀਤ ਸਿੰਘ ਨੇ ਇੱਕ ਢਿੱਲੀ ਜੀ ਇਹਨੇ ਅਮਰਿੰਦਰ ਸਿੰਘ ਨੇ ਇੱਕ ਢਿੱਲੀ ਜੀ ਸਟੇਟਮੈਂਟ ਦੇ ਕੇ ਉਸ ਗੱਲ ਨੂੰ ਖਤਮ ਕਰਤਾ, ਜਿਵੇਂ ਕੋਈ ਗੱਲ ਹੀ ਨਹੀਂ ਹੈ। ਜੀ। ਤੋਂ ਇਹ ਇੱਕ ਸਿੱਖਾਂ ਦੀ ਬਦਕਿਸਮਤੀ ਵੀ ਆ। ਤੋਂ ਜਿਸ ਕਿਸਮ ਦੀ ਮਤਲਬ ਭਾਵਨਾਵਾਂ ਸਾਡੇ ਅੱਜ ਦੇ ਜਿਹੜੇ ਰੂਲਰ ਆ, ਚਾਹੇ ਉਹ ਪੰਜਾਬ ਦਾ ਰੂਲਰ ਹੋਵੇ, ਚਾਹੇ ਦੂਸਰੇ ਪਾਸੇ ਕੀ ਕਹਿੰਦੇ ਹੁੰਦੇ ਆ ਦਿੱਲੀ ਦਾ ਰੂਲਰ ਹੋਵੇ, ਦਿੱਲੀ ਦੇ ਰੂਲਰ ਤੋਂ ਇੱਕ ਲਫ਼ਜ਼ ਵੀ ਨਹੀਂ ਨਿਕਲਿਆ।
ਜੇ ਇਸ ਦੀ ਜਗ੍ਹਾ ਮਰਾਠਾ ਸ਼ਿਵਾਜੀ ਹੁੰਦੇ ਤਾਂ ਉਹਨਾਂ ਨੇ ਤਾਂ ਸਾਰੀ ਦੁਨੀਆ ਦੇ ਵਿੱਚ ਭੜਥੂ ਮਚਾ ਦੇਣਾ ਸੀਗਾ ਜੀ, ਜੀ, ਉਸ ਗੱਲ ਦੇ ਹੱਕ ਵਿੱਚ। ਤਾਂ ਸਾਡੀ ਤਾਂ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਸ ਨੂੰ ਵੀ ਜਾਂ ਤਾਂ ਉਹ ਸੁਚੇਤ ਨਹੀਂ, ਜੇ ਸੁਚੇਤ ਨਹੀਂ ਤਾਂ ਸੁਚੇਤ ਹੋਣਾ ਚਾਹੀਦਾ, ਤੇ ਸੁਚੇਤ ਹੋ ਕੇ ਇਹ ਬਹੁਤ ਵੱਡਾ ਵਧੀਆ ਮੌਕਾ UNO ਤੱਕ ਸਾਨੂੰ ਅਪਰੋਚ ਕਰਨਾ ਚਾਹੀਦਾ ਸੀ। ਢਿੱਲੋਂ ਸਾਹਿਬ, ਸਿੱਖਾਂ ਨੇ ਤਾਂ ਇੱਕ ਕਹਾਵਤ ਬੋਲੀ ਜਾਂਦੀ ਕਿ ਆਪਣਾ ਮਾਰੂ ਛਾਵੇਂ ਸੁੱਟੂ, ਤੇ ਸਿੱਖਾਂ ਨੇ ਤਾਂ ਉਹ ਵੀ ਝੁਠਲਾ ਦਿੱਤੀ ਵੀ ਆਪਣੇ ਬੰਦੇ ਲਈ ਜਿੰਨੇ ਤੁਹਾਡੇ ਲਈ ਇੰਨਾ ਕੁਝ ਕੀਤਾ, ਇੰਨਾ ਤੁਹਾਨੂੰ ਮਾਣ ਸਤਿਕਾਰ ਦਿੱਤਾ, ਤੇ ਉਸ ਬੰਦੇ ਦਾ ਤੁਸੀਂ ਫੀਡਬੈਕ ਦੇ ਵਿੱਚ ਕੁਝ ਸਨਮਾਨ ਵੀ ਨਹੀਂ ਕਰ ਸਕੇ ਉਸ ਮਹਾਨ ਵਿਅਕਤੀ ਦਾ। ਇਹ ਸਾਡੀ ਤਰਾਸਦੀ ਆ। ਸੋ ਸਰ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਕੋਈ ਅਖੀਰ 'ਚ ਅਪੀਲ ਕਰਨੀ ਹੈ ਸ਼੍ਰੋਮਣੀ ਕਮੇਟੀ ਨੂੰ ਜਾਂ ਸਿੱਖ ਪੰਥ ਨੂੰ, ਸਿੱਖ ਸੰਸਥਾਵਾਂ ਨੂੰ, ਤਾਂ ਤੁਸੀਂ ਪਲੀਜ਼ ਖੁੱਲੇ ਤਰੀਕੇ ਨਾਲ ਕਰੋ। ਮੈਂ ਸਾਰੇ ਸਿੱਖ ਜਗਤ ਨੂੰ ਅਪੀਲ ਕਰਦਾ, ਇੰਗਲੈਂਡ 'ਚ, ਅਮਰੀਕਾ 'ਚ, ਆਸਟ੍ਰੇਲੀਆ 'ਚ, ਨਿਊਜ਼ੀਲੈਂਡ 'ਚ, ਕੈਨੇਡਾ 'ਚ, ਜਿੱਥੇ ਵੀ ਸਿੱਖ ਵਸਦੇ ਆ, ਇਸ ਮੁਲਕ 'ਚ ਵੀ ਸਿੱਖ ਵਸਦੇ ਆ, ਇਹ ਅਪਰਚੂਨਿਟੀ ਆਈ ਆ ਜੀ, ਇਹ ਗॉड ਸੈਂਟ ਅਪਰਚੂਨਿਟੀ ਆ। ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸਣੀ ਚਾਹੁੰਦਾ ਕਿ ਕੀ ਹੈ, ਸਿੱਖਾਂ ਕੋਲ ਇੱਕ ਵਰਲਡ ਆਰਡਰ ਹੈ ਜਿਹੜਾ ਰਣਜੀਤ ਸਿੰਘ ਨੇ ਕਰਕੇ ਦਿਖਾਇਆ ਇਸ ਧਰਤੀ ਦੇ ਉੱਤੇ। ਉਹ ਹੀ ਵਰਲਡ ਆਰਡਰ ਦੁਨੀਆ ਨੂੰ ਰਿਲੀਫ ਦੇ ਸਕਦਾ, ਨਾ ਕਿ ਜਿਹੜੇ ਐਗਜ਼ਿਸਟਿੰਗ ਵਰਲਡ ਆਰਡਰ ਆ। ਸਮਝੇ ਕਿ ਨਹੀਂ? ਆ 24 ਘੰਟੇ ਇਹ ਕਹਿੰਦਾ ਵੀ ਅਸੀਂ ਵਿਸ਼ਵ ਗੁਰੂ ਆ, ਮੋਦੀ ਕਹਿੰਦਾ ਜੀ, ਕਿਹੜਾ ਵਿਸ਼ਵ ਗੁਰੂ ਆ ਤੂੰ? ਹੋ ਹੀ ਨਹੀਂ ਸਕਦਾ ਜਦੋਂ ਤੇਰੇ ਰਾਜ ਦੇ ਵਿੱਚ ਤੇਰੀ ਇਸ ਲੀਡਰਸ਼ਿਪ ਦੇ ਅੰਡਰ ਜਿਹੜੀ ਮੌਬ ਲਿੰਚਿੰਗ ਹੋ ਰਹੀ ਹੈ, ਬੇਗੁਨਾਹ ਲੋਕਾਂ ਨੂੰ ਮੌਬ ਇਕੱਠੀ ਕਰਕੇ ਕਿਸ ਤਰੀਕੇ ਨਾਲ ਬੇਰਹਿਮੀ ਨਾਲ ਮਾਰਿਆ ਜਾ ਰਿਹਾ, ਕਿਸ ਤਰੀਕੇ ਨਾਲ ਤੂੰ ਵਿਸ਼ਵ ਗੁਰੂ ਹੋ ਸਕਦਾ? ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸਣੀ ਚਾਹੁੰਦਾ, ਖਾਲਸਾ ਕਾਮਨਵੈਲਥ, a vibrant republic based on the law of love। ਮੈਂ ਹੁਣ ਦੱਸਣਾ ਚਾਹੁੰਦਾ ਸਾਡੇ ਕੋਲ ਇਹ ਚੀਜ਼ ਹੈ, ਇਹ ਸਾਡੀ ਵਿਰਾਸਤ ਹੈ ਗੁਰੂ ਨੇ ਦਿੱਤੀ ਹੋਈ, ਔਰ ਇਸ ਵਿਰਾਸਤ ਨੂੰ ਪ੍ਰੈਕਟਿਸ ਦੇ ਵਿੱਚ ਲਿਆ ਕੇ ਦਿਖਾਇਆ ਰਣਜੀਤ ਸਿੰਘ ਨੇ ਜੀ। तो की है खालसा कॉमनवेल्थ? की चीज है? ए वाइब्रेंट रिपब्लिक बेस्ड ऑन दी लॉ ऑफ लव, दी लॉ ऑफ ट्रुथ एंड दी लॉ ऑफ जस्टिस। In this constitution people inspired goodness of humanity। आ साडे ਇਹਨੂੰ ਥੋੜਾ ਜਿਹਾ ਪੰਜਾਬੀ ਚ ਦੱਸ ਦਿਓ, ਸਾਡੇ ਬਹੁਤ ਸਾਰੇ ਦਰਸ਼ਕ ਪੰਜਾਬੀ ਚ ਨੇ। ਖਾਲਸਾ ਕਾਮਨਵੈਲਥ ਤੋਂ ਮਤਲਬ ਹੈ ਇੱਕ ਐਸਾ ਕਾਮਨਵੈਲਥ ਜੀ ਜਿਸ ਦੇ ਵਿੱਚ ਸਾਰੇ ਸਾਂਝੀਵਾਲ ਆ। ਬਿਲਕੁਲ, ਉਸ ਦੇ ਵਿੱਚ ਕਿਸੇ ਕਿਸਮ ਦਾ ਕੋਈ ਡਿਸਕ੍ਰਿਮੀਨੇਸ਼ਨ ਨਹੀਂ, ਨਾ ਧਰਮ ਦੇ ਨਾਂ ਦੇ ਉੱਤੇ, ਨਾ ਜ਼ਬਾਨ ਦੇ ਨਾਂ ਦੇ ਉੱਤੇ, ਨਾ ਲੈਂਗੁਏਜ ਦੇ ਨਾਂ ਦੇ ਉੱਤੇ, ਨਾ ਤੁਸੀਂ ਕਹੋ ਕਿਸੇ ਖਿੱਤੇ ਦੇ ਨਾਂ ਦੇ ਉੱਤੇ, ਜ਼ਾਤ ਦੇ, ਰੇਸ ਦੇ, ਕਿਸੇ ਕਿਸਮ ਦਾ ਕੋਈ ਪੱਖਪਾਤ ਨਹੀਂ, ਸਾਰੇ ਸਾਂਝੀਵਾਲ ਆ। ਇਹੀ ਤਾਂ ਮਹਾਰਾਜ ਨੇ ਕਿਹਾ, ਸਭੇ ਸਾਂਝੀਵਾਲ ਦਿਸਾਇਨ ਕੋਈ ਨਾ ਦਿਸੇ ਬਾਹਿਰਾ ਜੀਓ। ਉਹ ਮਹਾਰਾਜ ਦੀ ਉਸ ਗੱਲ ਨੂੰ ਟਰਾਂਸਲੇਟ ਕਰ ਰਿਹਾ ਰਣਜੀਤ ਸਿੰਘ, ਔਰ ਉਸ ਦੀ ਮੈਂ ਇੰਗਲਿਸ਼ ਦੇ ਵਿੱਚ ਤੁਹਾਨੂੰ ਦੱਸ ਦੇਣਾ ਵੀ ਖਾਲਸਾ ਕੌਮ ਕੀ ਹੈ, ਵਾਈਬ੍ਰੈਂਟ ਰਿਪਬਲਿਕ। ਇੱਕ ਰਿਪਬਲਿਕ ਜਿਹੜੀ ਐਗਜ਼ਿਸਟ ਕਰ ਰਹੀ ਹੈ, ਵਾਈਬ੍ਰੇਟ ਕਰ ਰਹੀ ਹੈ। ਰਿਪਬਲਿਕ ਹੁੰਦੀ ਆ ਹੋਪ ਦੇਣੀ, ਕਿਸੇ ਬੰਦੇ ਨੂੰ ਇਸ ਕਿਸਮ ਦੀ ਹੋਪ ਦਿੱਤੀ ਗਈ ਕਿ ਇਹ ਰਿਪਬਲਿਕ ਸਾਂਝੀਵਾਲ ਦਾ ਸਾਂਝਾ ਰਾਜ ਹੋਏਗਾ, ਰਿਪਬਲਿਕ ਹੋਏਗੀ, ਕਿ ਉਹ ਕਾਸਟ ਤੇ ਬੇਸਡ ਹੋਏਗੀ। ਇਹ ਬੜੀ ਦਿਲਚਸਪ ਗੱਲ ਹੈ ਜੀ, ਬੇਸਡ ਔਨ ਦੀ ਲਾ ਆਫ ਲਵ, ਕਿਉਂਕਿ ਲਵ ਸਾਡਾ ਵਰਡ ਵਿਊ ਆ ਜੀ, ਸਿੱਖਿਜ਼ਮ ਦਾ ਵਰਡ ਵਿਊ ਲਵ ਹੈ। ਜੇ तो प्रेम खिलन का चाहो सिर तो तली गली मेरी होए तो मार पैर ते लीजे सिर दीजे कहा ना कीजिए। साडा प्यार है, प्यार लव, और लव दे आधारित एक कॉमनवेल्थ होएगी जिस दे हर एक बंदे नाल प्यार, सत्कार, मान, उसका इज्जत अणख रखी जाएगी हर एक बंदे दी। तां की है बेस्ड ऑन द लॉ ऑफ लव, द लॉ ऑफ ट्रुथ, सच्चाई जी। सच्चाई केड़ी है? सच्चा आचार है, वो सच्चा आचार है। And the law of justice, in this constitution people inspired goodness of humanity। ਇਸ constitution ਦੇ ਵਿੱਚ ਜਿਹੜੇ ਲੋਕ ਹੈ ਗੁੱਡਨੈਸ ਨਾਲ ਹੀ ਇਨਸਪਾਇਰਡ ਹੋਣਗੇ, ਹੋਰ ਇਸ ਗੱਲ ਨਾਲ ਨਹੀਂ ਹੋਣਗੇ ਵੀ ਮੇਰੀ ਜ਼ਾਤ ਉੱਚੀ ਆ, ਮੈਂ ਬਾਹਮਣ ਆ, ਮੈਂ ਖੱਤਰੀ ਆ, ਮੈਂ ਫਲਾਨਾ, ਮੈਂ ਤਿਮਕਾ, ਮੈਂ ਇਸ ਕਿਸਮ ਦੀ ਰੇਸ ਨੂੰ, ਮੈਂ ਗੋਰਾ, ਮੈਂ ਕਾਲਾ, ਮੈਂ ਉੱਚਾ, ਨੀਚਾ। ਇਹ ਸਾਰੀ ਚੀਜ਼ ਖਤਮ ਕਰਕੇ ਪਿਆਰ ਤੇ ਆਧਾਰਿਤ ਦੁਨੀਆ ਦੇ ਵਿੱਚ ਵਰਲਡ ਆਰਡਰ ਸਿੱਖਾਂ ਦੇ ਕੋਲ ਆ, ਔਰ ਸਿੱਖਾਂ ਦਾ ਹੀ ਇਹ ਹੈਰੀਟੇਜ ਆ। ਔਰ ਇਸੇ ਕਰਕੇ BBC ਨੇ ਜਿਹੜੇ 5000 ਇਤਿਹਾਸਕਾਰ ਅਪਾਇੰਟ ਕੀਤੇ, ਉਹਨਾਂ ਨੇ ਸਾਰਿਆਂ ਨੇ ਨਿਸ਼ਪੱਖ ਹੋ ਕੇ ਆਪਣੇ ਪ੍ਰੈਜੁਡਿਸਿਸ ਤੋਂ ਉੱਪਰ ਉੱਠ ਕੇ ਫੈਕਟਸ ਤੇ ਆਧਾਰਿਤ ਹੋ ਕੇ ਇਹ ਚੀਜ਼ ਦੱਸੀ ਹੈ ਦੁਨੀਆ ਨੂੰ।
ਢਿੱਲੋਂ ਸਾਹਿਬ ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ-ਬਹੁਤ ਧੰਨਵਾਦ। ਔਰ ਮਹਾਰਾਜਾ ਰਣਜੀਤ ਸਿੰਘ ਨੇ ਜੋ ਕੁਝ ਸਿੱਖਾਂ ਲਈ ਕੀਤਾ, ਮਾਣ ਇੱਕ ਵਧਾਇਆ, ਇਕੱਲਾ ਸਿੱਖਾਂ ਲਈ ਨਹੀਂ ਕੀਤਾ, ਸਾਂਝੀਵਾਲਤਾ ਲਈ ਕੀਤਾ। ਜੋ ਗੁਰੂ ਸਾਹਿਬ ਵੀ ਵਾਰ-ਵਾਰ ਕਹਿ ਕੇ ਗਏ ਸੀ ਕਿ ਸਭੇ ਸਾਂਝੀਵਾਲ ਸਦਾਇਨ, ਉਹਨੂੰ ਮਹਾਰਾਜਾ ਰਣਜੀਤ ਸਿੰਘ ਨੇ ਪ੍ਰੈਕਟੀਕਲ ਸ਼ੇਪ ਦਿੱਤੀ, ਪ੍ਰੈਕਟੀਕਲ ਕੰਮ ਦਿੱਤੇ। ਤੇ ਉਹ ਬਦਕਿਸਮਤੀ ਨਾਲ ਲੋਕਾਂ ਨੇ ਤਾਂ ਚਲੋ ਗੈਰਾਂ ਨੇ ਤਾਂ ਕੀ ਕਦਰ ਪਾਉਣੀ ਸੀ, ਸਾਡੇ ਆਪਣਿਆਂ ਨੇ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਬਣਦਾ ਮਾਣ ਸਨਮਾਨ ਨਹੀਂ ਦਿੱਤਾ। ਇਹਦੇ ਲਈ ਸਿੱਖ ਸੰਸਥਾਵਾਂ ਜਿਨ੍ਹਾਂ ਨੇ ਕਦੇ ਕੇਜਰੀਵਾਲ ਨੂੰ ਪੈਸੇ ਦੇ ਦਿੱਤੇ, ਕਦੇ ਪ੍ਰਕਾਸ਼ ਸਿੰਘ ਬਾਦਲ ਨੂੰ ਲੱਖਾਂ ਹਜ਼ਾਰਾਂ ਡਾਲਰ ਬਾਹਰੋਂ ਭੇਜਤੇ ਵੀ ਤੁਸੀਂ ਇਲੈਕਸ਼ਨਾਂ ਜਿੱਤੋ, ਪਰ ਜਿਨ੍ਹਾਂ ਨੇ ਸਾਡਾ ਸਿਰ ਉੱਚਾ ਕੀਤਾ ਉਹਨਾਂ ਲੋਕਾਂ ਨੂੰ ਅਸੀਂ ਕਦੇ ਨਹੀਂ ਪੁੱਛਿਆ। ਮਹਾਰਾਜਾ ਰਣਜੀਤ ਸਿੰਘ ਦੀ ਗੱਲ ਤਾਂ ਛੱਡੋ, ਜਿਨ੍ਹਾਂ ਨੇ ਆ ਪਿੱਛੇ 25-30 ਸਾਲ ਪਹਿਲਾਂ ਕੁਰਬਾਨੀਆਂ ਕੀਤੀਆਂ ਸਿੱਖਾਂ ਲਈ, ਆਪਣਾ ਸਾਰਾ ਕੁਝ ਵਾਰ ਦਿੱਤਾ, ਉਹ ਬੰਦੇ ਅੱਜ ਉਹਨਾਂ ਦੇ ਪਰਿਵਾਰ ਰੁਲਦੇ ਫਿਰਦੇ ਆ, ਸਿੱਖਾਂ ਨੇ ਉਹਨਾਂ ਨੂੰ ਵੀ ਨਹੀਂ ਪੁੱਛਿਆ। ਇਸ ਕੌਮ ਦਾ ਫਿਰ ਵਾਲੀ ਵਾਰਸ ਕੌਣ ਹੋਏਗਾ? ਇਸ ਕੌਮ ਦੀ ਹਾਂ ਦਾ ਨਾਰਾ ਕੌਣ ਮਾਰੇਗਾ ਜੇ ਇਹਨਾਂ ਲੋਕਾਂ ਨੇ ਆਪਣੇ ਹੀ ਜਿਹੜੇ ਰੋਲ ਮਾਡਲਸ ਨੇ ਉਹਨਾਂ ਦੀ ਕਦਰ ਹੀ ਨਹੀਂ ਪਾਉਣੀ? ਇਹ ਹੁਣ ਆਪ ਹੀ ਦੱਸਣ, ਆਪ ਹੀ ਜਵਾਬ ਦੇਣ, ਆਪਣੇ ਆਪਣੇ ਮਨਾਂ ਦੇ ਅੰਦਰ ਝਾਤੀ ਮਾਰ ਕੇ ਦੇਖਣ। ਹਰ ਇੱਕ ਸਿੱਖ ਇਸ ਪਾਪ ਦੇ ਵਿੱਚ ਨੰਗਾ ਆ ਜੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਜਾਣਬੁੱਝ ਕੇ ਧੱਬੇ ਲਾਏ, ਉਹਨਾਂ ਦੀਆਂ ਗਲਤੀਆਂ ਕੱਢ ਕੇ ਸਾਹਮਣੇ ਰੱਖੀਆਂ ਔਰ ਉਹਨਾਂ ਦੇ ਜਿਹੜੀ ਕਦਰ ਸੀ ਉਹ ਨਹੀਂ ਪਾਈ, ਔਰ ਇਸ ਤਰੀਕੇ ਨਾਲ ਬਦਨਾਮ ਕੀਤਾ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਅਸੀਂ ਅੱਜ ਤੱਕ ਵੀ ਨਫ਼ਰਤ ਕਰਦੇ ਹਾਂ। ਉਹਨਾਂ ਦੀ ਚੰਗੀ ਗੱਲ ਨਾ ਸਾਡੇ ਢਾਡੀਆਂ ਨੇ ਸੁਣਾਈ, ਨਾ ਸ਼੍ਰੋਮਣੀ ਕਮੇਟੀ ਨੇ ਕੋਈ ਚੱਜ ਦਾ ਇਤਿਹਾਸ ਲਿਖਿਆ ਰਣਜੀਤ ਸਿੰਘ ਬਾਰੇ, ਨਾ ਕੋਈ ਉਹਨਾਂ ਦੇ ਬਾਰੇ ਕੋਈ ਵਧੀਆ ਯਾਦਗਾਰ ਬਣ ਸਕੀ। ਸੋ ਸਿੱਖਾਂ ਨੂੰ ਸੋਚਣਾ ਪਏਗਾ ਆਪਣੇ ਇਤਿਹਾਸ ਬਾਰੇ, ਆਪਣੇ ਭਵਿੱਖ ਬਾਰੇ, ਤਾਂ ਕਿ ਸਾਡੇ ਰੋਲ ਮਾਡਲ ਜਿਹੜੇ ਉੱਭਰ ਕੇ ਸਾਹਮਣੇ ਹੁਣ ਜੱਗੇ ਡਾਕੂ ਜਿਹੜੇ ਕੁੱਕਰ ਵਰਗੇ ਇੱਥੇ ਅਸੀਂ ਲਿਆ ਕੇ ਆਪਣੇ ਸਿਰਾਂ ਤੇ ਬਿਠਾ ਲਿਆ, ਫੁਕਰੇ ਸਿੰਗਰ ਅਸੀਂ ਆਪਣੇ ਸਿਰਾਂ ਤੇ ਬੜਾ ਇਹਨਾਂ ਨੂੰ ਮਾਣ ਸਨਮਾਨ ਦੇ ਰਹੇ ਹਾਂ, ਪਰ ਅਸੀਂ ਆਪਣੇ ਹੀਰੋਆਂ ਨੂੰ, ਆਪਣੇ ਰੋਲ ਮਾਡਲਾਂ ਨੂੰ ਬਿਲਕੁਲ ਵਿਸਾਰ ਕੇ ਔਰ ਪਤਾ ਨਹੀਂ ਕਿਹੜੇ ਪਾਸੇ ਨੂੰ ਅਸੀਂ ਜਾ ਰਹੇ ਹਾਂ। ਇਹਦੇ ਲਈ ਹੁਣ ਸਿੱਖ ਆਪਣੇ ਆਪ ਦੇ ਅੰਦਰ ਝਾਤੀ ਮਾਰਨ। ਧੰਨਵਾਦ।